ਜਦੋਂ ਜਾ ਕੇ ਸੇਵਾ ਕੀਤੀ ਉਸ ਨਗਰ ਦੇ ਵਿੱਚ ਸਾਡੇ ਨਾਲ ਕੁਝ ਬੰਦਿਆਂ ਨੇ ਸਾਡੇ ਗਲ ਵੀ ਪਏ। ਸ਼ੁਰੂਆਤ ਦੇ ਵਿੱਚ ਗਲ ਪਏ ਕਿ ਬਾਬਾ ਜੀ ਸੇਵਾ ਕਰਨੀ ਤੇ ਚੱਜ ਨਾਲ ਕਰਾਂਗੇ ਨਹੀਂ ਤੇ ਛਿੱਤਰ ਪੈਣਗੇ। ਮੈਂ ਉਹਨੂੰ ਕਿਹਾ ਭਾਈ ਸਾਹਿਬ ਤੁਸੀਂ ਕੀ ਬੋਲ ਰਹੇ, ਤੁਹਾਨੂੰ ਪਤਾ ਤਾਂ ਹੈ ਮੈਂ ਇਸ ਤਰ੍ਹਾਂ ਹੀ ਕਹਿੰਦਾ ਬੋਲਦਾ ਹੁੰਦਾ। ਤਾਂ ਅਜੇ ਵੀ ਤੁਸੀਂ ਦੇਖ ਸਕਦੇ ਹੋ, ਇੱਕ ਪਾਸਿਓਂ ਮੇਰਾ ਦਾੜਾ ਹੌਲਾ ਹੈ ਤੇ ਇੱਕ ਪਾਸਿਓਂ ਭਾਰਾ ਹੈ। ਚਾਹ ਬਣਾਉਣ ਵਾਸਤੇ ਖੰਡ ਇੱਕ ਘਰ ਚੋਂ ਤੇ ਪੱਤੀ ਦੂਜੇ ਘਰ ਚੋਂ ਮੰਗ ਕੇ ਲਿਆਓ ਜੇ ਸਾਡੇ ਪਿੰਡ ਦਿਨ ਕੱਟਣੇ ਆ। ਜੇ ਤੁਸੀਂ ਕਹੋ ਨਾ ਚੰਗੇ ਲੀੜੇ ਪਾ ਕੇ ਤੇ ਤੁਸੀਂ ਸਾਡੇ ਪਿੰਡ 'ਚ ਦਿਨ ਕੱਟ ਜਾਓਗੇ, ਨਹੀਂ ਕੱਟੇ ਜਾਣੇ। ਮੇਰੇ ਤੋਂ ਸ਼ੁਰੂ ਹੋ ਕੇ ਤੇ ਮੇਰੇ ਪਰਿਵਾਰ ਤੱਕ ਪਹੁੰਚ ਗਿਆ ਕਿ ਤੂੰ ਵੀ ਚੋਰ, ਤੇਰਾ ਪਰਿਵਾਰ ਵੀ ਚੋਰ, ਤੇਰੇ ਘਰ ਵਾਲੀ ਵੀ ਚੋਰ। ਫਿਰ ਤੁਸੀਂ ਦੱਸੋ ਕਿ ਇੱਕ ਗੈਰਤਮੰਦ ਬੰਦਾ ਉੱਥੇ ਕੀ ਕਰੂਗਾ। ਕਿ ਮੈਂ ਚੋਰ ਨਹੀਂ, ਮੈਂ ਚੋਰ ਨਹੀਂ, ਗ੍ਰੰਥੀ ਸਿੰਘ ਨੂੰ ਸਭਾਈਆਂ ਕਿਉਂ ਦੇਣੀਆਂ? ਮੈਂ ਚੋਰ ਨਹੀਂ। ਮੇਰੇ ਮੱਥੇ ਤੇ ਚੋਰੀ ਦਾ ਲੇਬਲ ਲਾ ਕੇ ਉੱਥੋਂ ਕੱਢਿਆ ਗਿਆ ਮੈਨੂੰ। ਪਰ ਬਾਹਰ ਆਣ ਕੇ ਜਦੋਂ ਪ੍ਰਧਾਨ ਦੇ ਪਤਾ ਕੀ ਵਰਡ ਸੀ, ਉਹਨੇ ਮੈਨੂੰ ਪਤਾ ਕੀ ਕਿਹਾ, ਉਹ ਬਾਬਾ ਜਾਨਾਂ ਤੇ ਜਾ, ਤੂੰ ਪਿੰਡ 'ਚ ਧੁਖਣ ਲਾਤੀ। ਫਿਰ ਮੈਂ ਗੁਰੂ ਸਾਹਿਬ ਦੇ ਨਿਸ਼ਾਨਾਂ ਦੇ ਉੱਤੇ ਹੱਥ ਕਰਕੇ ਐਂ ਕਰਕੇ, ਪ੍ਰਧਾਨ ਸਾਹਿਬ ਮੈਂ ਚੋਰ ਨਹੀਂ। ਉੱਥੋਂ ਗ੍ਰੰਥੀ ਦੇ ਤੌਰ ਤੇ ਮਰ ਕੇ ਨਿਕਲਿਆ ਸੀ। ਉੱਥੋਂ ਮੈਂ ਮਰ ਕੇ ਨਿਕਲਿਆ ਸੀ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ ਕਿ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਾ ਵਾ, ਤੇ ਉਹ ਭਾਵੇਂ ਉਹਨਾਂ ਦਾ ਨਿੱਜੀ ਕੋਈ ਦਰਦ ਹੋਵੇ, ਉਹ ਗ੍ਰੰਥੀ ਸਿੰਘਾਂ ਦਾ ਹੋਵੇ, ਪ੍ਰਬੰਧਕਾਂ ਦਾ ਹੋਵੇ। ਮੈਂ ਕਈ ਵਾਰੀ ਕਹਿੰਦਾ ਵੀ ਮੈਂ ਸਟੇਜ ਦੇ ਦਿਆਂਗਾ, ਤੁਹਾਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ, ਪਰ ਸਵਾਲ ਮੇਰੇ ਹੋਣਗੇ। ਸਵਾਲ ਮੈਂ ਤੁਹਾਡੇ ਨਹੀਂ ਕਿ ਤੁਸੀਂ ਸਵਾਲ ਕਰੋਗੇ ਤਾਂ ਮੈਂ ਉਹ ਸਵਾਲ ਪੁੱਛਾਂਗਾ। ਸਵਾਲ ਮੇਰੇ ਆਪਣੇ ਹੋਣਗੇ। ਮੇਰੇ ਨਾਲ ਕੋਈ ਵੀ ਸੱਜਣ ਆ ਕੇ ਟਾਕ ਕਰ ਸਕਦਾ। ਸੋ ਕਹਿਣ ਤੋਂ ਭਾਵ ਅੱਜ ਇੱਥੇ ਮੇਰੇ ਕੋਲ ਆਏ ਨੇ ਵੀਰ ਬਲਜੀਤ ਸਿੰਘ ਜੀ, ਤੇ ਇਹਨਾਂ ਨੇ ਗੱਲ ਕਹੀ ਹੈ ਕਿ ਮੇਰੇ ਨਾਲ ਵੀ ਧੱਕਾ ਹੋਇਆ ਤੇ ਗ੍ਰੰਥੀ ਸਿੰਘਾਂ ਨਾਲ ਅਕਸਰ ਹੁੰਦਾ। ਫਰਕ ਹੈ ਨਾ ਕਿ ਕੋਈ ਕੈਮਰੇ ਅੱਗੇ ਨਹੀਂ ਬੋਲਦਾ ਤੇ ਮੈਂ ਕੈਮਰੇ ਅੱਗੇ ਆ ਕੇ ਬੋਲਣਾ ਚਾਹੁੰਦਾ ਵਾਂ। ਤੇ ਕਿਰਪਾ ਕਰਕੇ ਗੱਲ ਸੁਣੋ। ਹੋ ਸਕਦਾ ਇੱਕ ਗ੍ਰੰਥੀ ਸਿੰਘ ਦਾ ਦਰਦ ਹੈ, ਉਹ ਸਾਰੇ ਗ੍ਰੰਥੀ ਸਿੰਘਾਂ ਦੀ ਕਿਤੇ ਨਿਜਾਤ ਮਿਲ ਜਾਵੇ ਤੇ ਪ੍ਰਬੰਧਕ ਕਮੇਟੀਆਂ ਕਿਤੇ ਗ੍ਰੰਥੀ ਸਿੰਘਾਂ ਦੇ ਪ੍ਰਤੀ ਆਪਣਾ ਰਵੱਈਆ ਜਾਂ ਰੁਖ ਬਦਲ ਸਕਣ। ਆਓ ਜਾਣਦੇ ਹਾਂ ਵੀਰ ਜੀ ਦੇ ਕੋਲੋਂ। ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਕਹਿ ਰਹੇ ਸੀ ਕਿ ਗ੍ਰੰਥੀ ਸਿੰਘਾਂ ਨੂੰ ਬੜੀਆਂ ਪ੍ਰੋਬਲਮਸ ਆਉਂਦੀਆਂ ਨੇ ਤੇ ਇਹਨਾਂ ਗੱਲਾਂ ਵੱਲ ਕੋਈ ਸੱਜਣ ਧਿਆਨ ਨਹੀਂ ਦੇ ਰਿਹਾ, ਨਾ ਕੋਈ ਜਥੇਬੰਦੀ ਦੇ ਰਹੀ ਹੈ, ਨਾ ਅਕਾਲ ਤਖਤ ਸਾਹਿਬ। ਇਹਦਾ ਤੁਸੀਂ ਕੀ ਕਾਰਨ ਕੀ ਮੰਨਦੇ ਹੋ? ਕੀ ਪ੍ਰੋਬਲਮਸ ਕੀ ਆ ਰਹੀਆਂ ਨੇ? ਭਾਈ ਸਾਹਿਬ ਵੇਖੋ, ਪਿੰਡਾਂ ਦੇ ਵਿੱਚ ਗ੍ਰੰਥੀਆਂ ਦਾ ਬਹੁਤ ਮਾੜਾ ਹਾਲ ਹੈ। ਕੁਛ ਗ੍ਰੰਥੀ ਬੋਲਦੇ ਨੇ, ਕੁਛ ਨਹੀਂ ਬੋਲਦੇ, ਕੁਛ ਚੁੱਪ ਕਰ ਜਾਂਦੇ ਨੇ। ਪਰ ਜੋ ਮੇਰੇ ਨਾਲ ਹੋਇਆ, ਮੈਂ ਨਹੀਂ ਚਾਹੁੰਦਾ ਕਿ ਕਿਸੇ ਹੋਰ ਵੀਰ ਦੇ ਨਾਲ ਹੋਵੇ। ਜਿੰਨਾ ਧੱਕਾ ਮੇਰੇ ਨਾਲ ਹੋ ਚੁੱਕਾ ਹੈ, ਮੈਂ ਸੋਚਿਆ ਸੀ ਚਲੋ ਠੀਕ ਹੈ ਜੋ ਮੇਰੇ ਨਾਲ ਹੋ ਚੁੱਕਾ, ਪਰ ਮੈਂ ਅੱਜ ਤੁਹਾਡੇ ਸਾਹਮਣੇ ਆਇਆ, ਕੈਮਰੇ ਦੇ ਸਾਹਮਣੇ ਆਇਆ। ਮੈਂ ਜੋ ਨਗਰ ਦੇ ਵਿੱਚ ਡਿਊਟੀ ਕੀਤੀ, ਜਿਹੜੇ ਨਗਰ ਦੇ ਵਿੱਚ ਸਾਡੇ ਨਾਲ ਉਸ ਨਗਰ ਦੇ ਵਿੱਚ ਬਹੁਤ ਜ਼ਿਆਦਾ ਧੱਕਾ ਹੋਇਆ। ਅਸੀਂ ਖੁਦ ਉਸ ਨਗਰ ਦੇ ਵਿੱਚ ਜਦੋਂ ਜਾ ਕੇ ਸੇਵਾ ਕੀਤੀ, ਉਸ ਨਗਰ ਦੇ ਵਿੱਚ ਸਾਡੇ ਨਾਲ ਕੁਝ ਬੰਦਿਆਂ ਨੇ ਸਾਡੇ ਗਲ ਵੀ ਪਏ। ਸ਼ੁਰੂਆਤ ਦੇ ਵਿੱਚ ਗਲ ਪਏ। ਗਲ ਕਿਉਂ ਪਏ? ਗਲ ਪਾਗਲ ਬਣ ਕੇ ਛੁੱਟ ਗਏ। ਕਹਿੰਦੇ ਇਹ ਇਸ ਬੰਦੇ ਦੇ ਦਿਮਾਗ 'ਚ ਫਰਕ ਹੈ। ਬਾਬਾ ਜੀ ਮਾफ़ ਕਰੋ, ਸਾਡੀਆਂ ਚਿੱਟੀਆਂ ਦਾੜੀਆਂ, ਜੇ ਤੁਸੀਂ ਬਾਹਰ ਜਾ ਕੇ ਗੱਲ ਕਰੋਗੇ ਤੇ ਸਾਡੀ ਬੇਇੱਜ਼ਤੀ, ਸਾਡੇ ਪੱਲੇ ਕੁਝ ਨਹੀਂ ਰਹੂਗਾ, ਤੇ ਇੱਕ ਵਾਰ ਸਾਨੂੰ ਬਖਸ਼ ਦਿਓ। ਬਿਲਕੁਲ ਬਿਲਕੁਲ, ਬੜੀ ਸੁੰਦਰ ਤੁਸੀਂ ਗੱਲ ਕੀਤੀ ਹੈ। ਨਹੀਂ, ਜਿਵੇਂ ਤੁਸੀਂ ਪਿੰਡ ਦੇ ਵਿੱਚ ਡਿਊਟੀ ਤੇ ਗਏ, ਬਿਲਕੁਲ ਜੀ, ਤੁਸੀਂ ਉਸ ਪਿੰਡ ਦੇ ਵਿੱਚ ਡਿਊਟੀ ਜੁਆਇਨ ਕੀਤੀ, ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕੀਤੀ, ਬਿਲਕੁਲ ਜੀ, ਤੇ ਤੁਹਾਡੀ ਦਾੜੀ ਨੂੰ ਪੁੱਟਿਆ ਗਿਆ, ਤੁਹਾਡੇ ਗਲ ਪਏ। ਕਿਉਂ ਗਲ ਪਏ? ਕਾਰਨ ਕੀ? ਵੇਖੋ ਜੀ, ਗੁਰੂ ਸਾਹਿਬ ਦਾ ਸਮਾਗਮ ਸੀ, ਗੁਰੂ 10ਵੇਂ ਪਾਤਸ਼ਾਹ ਜੀ ਦਾ, ਤੇ ਅੰਦਰ ਅਸੀਂ ਆਵਾਜ਼ ਦੇਣ ਵਾਸਤੇ ਗਏ ਤੇ ਇੱਕ ਸਿੰਘ ਕਹਿੰਦਾ ਕਿ ਬਾਬਾ ਜੀ ਸੇਵਾ ਕਰਨੀ ਤੇ ਚੱਜ ਨਾਲ ਕਰਾਂਗੇ ਨਹੀਂ ਤੇ ਛਿੱਤਰ ਪੈਣਗੇ। ਮੈਂ ਉਹਨੂੰ ਕਿਹਾ ਭਾਈ ਸਾਹਿਬ ਤੁਸੀਂ ਕੀ ਬੋਲ ਰਹੇ, ਤੁਹਾਨੂੰ ਪਤਾ ਤਾਂ ਹੈ ਮੈਂ ਇਸ ਤਰ੍ਹਾਂ ਹੀ ਕਹਿੰਦਾ ਬੋਲਦਾ ਹੁੰਦਾ। ਤੇ ਅੰਦਰੋਂ ਬਾਹਰ ਨਿਕਲਿਆ, ਸਾਡੇ ਮਗਰ ਆ ਕੇ ਸਾਡੇ ਗਲ ਪੈ ਗਿਆ। ਇੰਨੇ ਚਿਰ ਨੂੰ ਕੁਛ ਬੰਦੇ ਸੀ, ਉਹਨਾਂ ਛਡਵਾਤਾ। ਉਹਨੇ ਪੈਂਦੇ ਆਉਂਦਿਆਂ ਹੀ ਸਾਡੇ ਦਾੜੇ ਨੂੰ ਹੱਥ ਪਾਇਆ, ਤੇ ਜਿਹਨੇ ਉਹ ਕਾਫੀ ਜਰਵਾਣਾ ਸੀ, ਉਹਨੇ ਸਾਡੇ ਦਾੜੇ ਨੂੰ ਹੱਥ ਪਾਇਆ, ਤੇ ਜਿੰਨਾ ਦਾੜਾ ਉਹਦੇ ਹੱਥ 'ਚ ਆਇਆ ਉਹਨੇ ਪੁੱਟਦਾ। ਅਜੇ ਵੀ ਤੁਸੀਂ ਦੇਖ ਸਕਦੇ ਹੋ, ਇੱਕ ਪਾਸਿਓਂ ਮੇਰਾ ਦਾੜਾ ਹੌਲਾ ਹੈ ਤੇ ਇੱਕ ਪਾਸਿਓਂ ਭਾਰਾ ਹੈ। ਅੱਛਾ, ਹਾਂ, ਇੰਨਾ ਸਾਡੇ ਨਾਲ। ਫਿਰ ਇਹ ਕਿਹੜੇ ਪਿੰਡ ਦੀ ਗੱਲ ਕਰਦੇ ਹੋ? ਇਹ ਨਗਰ, ਚਲੋ ਮੈਂ ਨਾਂ ਨਹੀਂ ਸੀ ਲੈਣਾ ਚਾਹੁੰਦਾ, ਪਰ ਭਾਈ ਸਾਹਿਬ ਕਿਉਂਕਿ ਜੋ ਮੇਰੇ ਨਾਲ ਹੋਇਆ, ਨਗਰ ਨਰੰਗ ਸਿੰਘ ਵਾਲਾ ਦਾ ਇਹ ਵਾਕਿਆ ਆ, ਜੀਰੇ ਲਾਗੇ। ਹਾਂਜੀ, ਤੇ ਉੱਥੇ ਹੀ ਸਾਡੇ ਨਾਲ ਇਹ ਹੋਇਆ ਸੀ। ਉਸ ਤੋਂ ਬਾਅਦ ਆਪਣੀ ਸ਼ਰਮ 'ਚ ਲੈ ਕੇ ਅੰਦਰ ਵੜ ਗਏ।
ਕਿ ਉਸ ਬੰਦੇ ਦੇ ਜੋ ਸਾਡੇ ਅਸੀਂ ਫਿਰ ਧੱਫਾ ਮੁੱਕੀ ਹੁੰਦਾ, ਤੁਹਾਨੂੰ ਪਤਾ ਜਦੋਂ ਲੜਾਈ ਗੈਰਤ ਨੂੰ ਉਹਨੇ ਹੱਥ ਪਾ ਲਿਆ ਉਸ ਬੰਦੇ ਨੇ। ਬਾਕੀ ਜਦੋਂ ਅਸੀਂ ਅੰਦਰ ਜਾ ਕੇ ਵੜੇ, ਅਸੀਂ ਉਸ ਦੁੱਖੜੇ ਦੇ ਵਿੱਚ ਰੋਏ ਵੀ ਕਿ ਸਿੱਖ ਦੇ ਵਾਸਤੇ ਦਾੜੀ ਤੇ ਕੇਸ ਸਭ ਤੋਂ ਵੱਡੀ ਜਿਹੜੀ ਹੈ ਚੀਜ਼ ਹੈ, ਤੇ ਉਸੇ ਚੀਜ਼ ਨੂੰ ਹੀ, ਉਸੇ ਇੱਜ਼ਤ ਨੂੰ ਹੀ ਇੱਕ ਬੰਦਾ, ਇੱਕ ਗ੍ਰੰਥੀ ਸਿੰਘ ਦੀ ਇੱਜ਼ਤ ਨੂੰ ਹੱਥ ਪਾ ਲੈਂਦਾ, ਤੇ ਦੱਸੋ ਅੱਗੇ ਗੱਲ ਕੀ ਰਹਿ ਜਾਂਦੀ। ਉਸ ਤੋਂ ਬਾਅਦ ਕੀ ਹੋਇਆ, ਜਿਹੜੇ ਪਿੰਡ ਦੇ ਪਤਵੰਤੇ ਕਹਿ ਲਓ ਜਾਂ ਕਹਿ ਲਓ ਕਿ ਉਸ ਚੀਜ਼ ਨੂੰ ਗੋਲ-ਮੋਲ ਕਰਨ ਵਾਲੇ ਸਾਡੇ ਅੱਗੇ ਜਾ ਕੇ ਹੱਥ ਜੋੜ ਕੇ, ਬਾਬਾ ਜੀ ਸਾਡੀ ਇੱਜ਼ਤ ਤੇ ਸਾਡੀਆਂ ਚਿੱਟੀਆਂ ਦਾੜੀਆਂ ਵੱਲੇ ਵੇਖੋ, ਜੇ ਤੁਸੀਂ ਬਾਹਰ ਜਾ ਕੇ ਗੱਲ ਕਰੋਗੇ ਸਾਡੇ ਪੱਲੇ ਕੁਝ ਨਹੀਂ ਰਹਿਣਾ, ਸਾਡੇ ਨਗਰ ਦੇ ਵਿੱਚ ਗ੍ਰੰਥੀ ਕੋਈ ਨਹੀਂ ਆਉਣਾ। ਤੇ ਮੈਂ ਵੀ ਨਵੀਂ ਡਿਊਟੀ ਸੰਭਾਲੀ, ਮੈਂ ਸੋਚਿਆ ਕਿ ਜੇ ਇਹ ਗੱਲ ਬਾਹਰ ਗਈ ਤੇ ਇਹ ਸੋਚਣ ਕਿ ਖਰੇ ਗ੍ਰੰਥੀ ਸਿੰਘ ਦੇ ਗੱਲ ਕਿਉਂ ਪਏ, ਕੀ ਕਾਰਨ ਹੋ ਗਿਆ। ਕਹਿੰਦੇ ਇਸ ਬੰਦੇ ਦੇ ਦਿਮਾਗ 'ਚ ਫਰਕ ਹੈ, ਉਹਨੂੰ ਅਸੀਂ ਸੰਗਲ ਮਾਰਤਾ, ਉਹਨੂੰ ਇਹ ਕਰਤਾ ਉਹ ਕਰਤਾ। ਉਹ ਜੀ ਸਮਾਂ ਜਿਹੜਾ ਆ ਉਹਨਾਂ ਬੰਦਿਆਂ ਨੇ ਗੋਲ-ਮੋਲ ਕਰਕੇ ਨਗਾਤਾ। ਉਸ ਤੋਂ ਬਾਅਦ ਕੀ ਹੋਇਆ ਕਿ ਸਟੈਪ ਦਰ ਸਟੈਪ ਜਿਹੜਾ ਇਹ ਕਹਾਣੀ ਚੱਲ ਪਈ। ਕਦੀ ਕਹਿ ਦੇਣਾ ਕਿ ਬਾਹਰ ਜੀ ਪੀਰ ਦੀ ਜਗ੍ਹਾ ਤੇ ਮੇਲਾ ਲੱਗਣਾ ਹੈ, ਬਾਬਾ ਜੀ ਤੁਹਾਨੂੰ ਆਵਾਜ਼ ਦੇਣੀ ਪਵੇਗੀ। ਪੀਰ ਦੀ ਜਗ੍ਹਾ ਤੇ ਗੁਰਦੁਆਰੇ ਆਵਾਜ਼ ਦੇਣ ਦੀ ਕੀ ਬਣਦੀ ਹੈ? ਵੇਖੋ ਜੀ, ਸਾਨੂੰ ਇਹੀ ਸਭ ਤੋਂ ਵੱਡੀ ਸਮੱਸਿਆ ਸਾਡੇ ਅੱਗੇ ਉੱਥੇ ਕੀ ਹੈ ਕਿ ਜੋ ਪਹਿਲਾ ਗੁਰਮਤ ਦਾ ਕਹਾਣ ਹੁੰਦਾ ਰਿਹਾ, ਉਹ ਸਾਡਾ ਦੁਸ਼ਮਣ ਬਣ ਗਿਆ ਉਸ ਨਗਰ ਦੇ ਵਿੱਚ। ਸਭ ਤੋਂ ਵੱਡੀ ਇਹ ਸਮੱਸਿਆ ਆਈ। ਮੈਂ ਕਿਹਾ ਕਿ ਇੱਕ ਗੁਰੂ ਘਰ ਦਾ ਗ੍ਰੰਥੀ, ਗੁਰੂ ਘਰ ਦੇ ਸਪੀਕਰ ਦੇ ਵਿੱਚ ਉਹ ਕਿਵੇਂ ਕਹਿ ਸਕਦਾ ਹੈ ਕਿ ਪੀਰਾਂ ਦੇ ਦਰਾਂ ਤੇ ਲੰਗਰ ਲੱਗਣੇ ਆ ਜਾਂ ਕੀ ਉਸ ਮਜ਼ਾਰਾਂ ਤੇ ਲੰਗਰ ਲੱਗਣੇ ਆ, ਤੇ ਵੱਜ ਤੜ ਕੇ ਗਰਾਈਆਂ। ਗੁਰਬਾਣੀ ਦੀ ਤੁਕ ਹੈ, ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜਿਆ ਮਸਾਨ ਨਾ ਜਾਈ। ਗੁਰਬਾਣੀ ਤੇ ਕਹਿੰਦੀ ਨਾ ਜਾਈ, ਤੇ ਗ੍ਰੰਥੀ ਸਿੰਘ ਨੂੰ ਕਹਿੰਦੇ ਵੀ ਤੂੰ ਬੋਲ, ਤੇ ਗ੍ਰੰਥੀ ਸਿੰਘ ਕਿਵੇਂ ਬੋਲੇ? ਫਿਰ ਕਿਵੇਂ ਬੋਲੇ? ਕੀ ਹੋਇਆ ਜੀ, ਅਸੀਂ ਇਸ ਚੀਜ਼ ਨੂੰ ਰੋਕਤਾ ਕਿ ਅਸੀਂ ਇਹ ਕੰਮ ਨਹੀਂ ਕਰਾਂਗੇ। ਕਹਿੰਦੇ ਬਾਬਾ ਜੀ ਕਰਨਾ ਪੈਣਾ, ਅੱਗੇ ਵਾਲੇ ਬਾਬੇ ਤਾਂ ਕਦੀ ਮਨਾ ਨਹੀਂ ਸੀ ਕਰਦੇ, ਤੁਸੀਂ ਕਿਉਂ ਮਨਾ ਕਰਦੇ ਹੋ? ਮੈਂ ਕਿਹਾ ਕਿ ਇਹ ਜੇ ਉਹ ਗੁਰਮਤ ਦੇ ਸਿਧਾਂਤ ਤੇ ਉਲਟ ਗੱਲ ਮੈਂ ਨਹੀਂ ਕਰਾਂਗਾ। ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਪਿੰਡ ਦੇ ਕਹਿ ਲਈਏ ਮੋਹਤਬਾਰ, ਜਿਹੜੇ ਕਹਿ ਲਈ ਕਿ ਕੜਮ ਚੌਧਰੀ ਜਿਹੜੇ ਕਹਿੰਦੇ ਆ, ਉਹ ਆ ਗਏ, ਕਹਿੰਦੇ ਬਾਬਾ ਜੀ ਇਹ ਤਾਂ ਆਵਾਜ਼ ਦੇਣੀ ਪਵੇਗੀ। ਮੈਂ ਕਿਹਾ ਭਾਈ ਸਾਹਿਬ ਮੈਨੂੰ 2 ਮਹੀਨੇ ਹੋਏ ਅਜੇ ਆਇਆ ਨੂੰ, ਕੀ ਹੈ ਵੱਧ ਤੋਂ ਵੱਧ ਥੋੜਾ ਜਿਹਾ ਮੇਰਾ ਸਮਾਨ ਮੈਨੂੰ ਲੈ ਕੇ ਜਾਣਾ ਮਨਜ਼ੂਰ ਹੈ, ਪਰ ਮੈਂ ਇਹ ਆਵਾਜ਼ ਨਹੀਂ ਦਿਆਂਗਾ। ਕਹਿੰਦੇ ਇਹ ਕਿਵੇਂ ਹੋ ਸਕਦਾ, ਅੱਗੇ ਸਾਰੇ ਦਿੰਦੇ ਸੀ। ਮੈਂ ਇੰਨੀ ਗੱਲ ਕਹਿ ਕੇ ਉੱਥੋਂ ਵਾਪਸ ਆ ਗਿਆ। ਤੇ ਕੀ ਹੋਇਆ ਕਿ ਮੈਂ ਵੀ ਸੋਚਿਆ ਕਿ ਇਹਨਾਂ ਨੂੰ ਕੁਝ ਕਹਿ ਦਿੱਤਾ ਆ ਤੇ ਮੈਂ ਅੱਗੇ ਵੀ ਇਸ ਚੀਜ਼ ਨੂੰ ਤੋਰਾਂ। ਮੈਂ ਠੱਠਾ ਸਾਹਿਬ 6ਵੇਂ ਪਾਤਸ਼ਾਹ ਦਾ ਸਥਾਨ ਹੈ, ਉੱਥੋਂ ਦੇ ਹੈਡ ਗ੍ਰੰਥੀ ਸਾਹਿਬ ਨੂੰ ਫੋਨ ਕੀਤਾ, ਭਾਈ ਸਾਹਿਬ ਸਾਡੇ ਨਾਲ ਆਹ ਵਾਕਿਆ ਹੋ ਗਿਆ ਹੈ ਤੇ ਸਾਡੇ ਤੋਂ ਧੱਕੇ ਨਾਲ ਆਵਾਜ਼ ਦਵਾ ਰਹੇ। ਉਹਨਾਂ ਨੇ ਸਰਪੰਚ ਨੂੰ ਫੋਨ ਕੀਤਾ, ਕਹਿੰਦੇ ਕਿ ਜਿਹੜਾ ਤੁਹਾਡਾ ਗ੍ਰੰਥੀ ਸਿੰਘ ਹੈ ਉਹ ਗੁਰਮਤ ਤੇ ਸਹੀ ਚੱਲ ਰਿਹਾ, ਤੁਸੀਂ ਉਲਟ ਜੇ ਉਹ ਸਹੀ ਹੈ। ਜੇ ਕੱਲ ਨੂੰ ਕੋਈ ਗੱਲ ਹੁੰਦੀ ਹੈ ਤੁਸੀਂ ਥੱਲੇ ਆਉਣਾ, ਉਹ ਬੰਦਾ ਬਿਲਕੁਲ ਸਹੀ ਹੈ, ਉਹ ਪਿੰਡੋਂ ਚਲੇ ਜਾਏਗਾ, ਹੁਣੇ ਮੈਂ ਫੋਨ ਕਰਾਂਗਾ ਤੇ 2 ਘੰਟਿਆਂ ਦੇ ਵਿੱਚ ਤੁਹਾਨੂੰ ਪੁੱਛਣ ਵਾਲੇ ਪਹੁੰਚ ਜਾਣਗੇ। ਕੀ ਹੋਇਆ, ਜਦੋਂ ਉਹ ਸਮਾਂ ਉਹ ਚੀਜ਼ ਰੁਕ ਗਈ, ਜੇ ਅਸੀਂ ਉਹ ਆਵਾਜ਼ ਦਿੰਦੇ ਸੀ ਸਾਲ ਦਰ ਸਾਲ ਸਾਨੂੰ ਉਹ ਜਿਹੜਾ ਸਿਲਸਿਲਾ ਚੱਲ ਪੈਣਾ ਸੀ, ਸਾਨੂੰ ਦੇਣੀ ਪੈਣੀ ਸੀ, ਰੋਕ ਦਿੱਤਾ। ਪਰ ਅਸੀਂ ਇਹ ਵੀ ਨਾਲ ਗੱਲ ਕਹੀ ਕਿ ਅਸੀਂ ਇਹ ਨਹੀਂ ਆ, ਤੁਸੀਂ ਨਗਰ ਦਾ ਤੁਸੀਂ ਕਹਿੰਦੇ ਨੇ ਸਾਡੇ ਪਿੰਡ ਦਾ ਗੁਰਦੁਆਰਾ ਬਾਬਾ ਕਿਵੇਂ ਮਨਾ ਕਰ ਸਕਦਾ, ਬਾਬੇ ਦੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ, ਤੁਸੀਂ ਜੋ ਮਰਜ਼ੀ ਕਰੋ, ਤੁਸੀਂ ਕਰ। ਮੈਂ ਮਨਾ ਕਰਤਾ ਉਸ ਤੋਂ ਬਾਅਦ ਜਦੋਂ ਹੈਡ ਗ੍ਰੰਥੀ ਸਾਹਿਬ ਨੇ ਫੋਨ ਕੀਤਾ ਤੇ ਉਹੀ ਬੰਦਾ ਸਾਡੇ ਕੋਲ ਆਣ ਕੇ ਕਹਿੰਦਾ ਕੋਈ ਨਹੀਂ ਬਾਬਾ ਜੀ ਗਰਾਈ ਵਾਧੂ ਹੋ ਗਈ, ਤੁਸੀਂ ਹੁਣ ਆਵਾਜ਼ ਨਾ ਦਿਆ ਜੀ। ਚਲੋ ਜੀ। ਕਿਹੜੇ ਹੈਡ ਗ੍ਰੰਥੀ ਨੇ ਫੋਨ ਕੀਤਾ? ਭਾਈ ਮਨਜੀਤ ਸਿੰਘ ਹੁਣਾਂ ਨੇ। ਅੱਛਾ। ਠੱਠਾ ਸਾਹਿਬ ਗੁਰਦੁਆਰਾ 6ਵੇਂ ਪਾਤਸ਼ਾਹ ਦਾ ਸਥਾਨ ਹੈ। ਹਾਂਜੀ, ਬਕਾਇਦਾ ਤੁਸੀਂ ਇਸ ਚੀਜ਼ ਦੀ ਜਿਹੜੀ ਆ ਵੈਰੀਫਾਈ ਵੀ ਕਰ ਸਕਦੇ ਹੋ। ਜਦੋਂ ਸ਼ੁਰੂਆਤ ਦੇ ਵਿੱਚ ਸਾਡੇ ਸਾਹਮਣੇ ਸਭ ਤੋਂ ਵੱਡੀ ਜਿਹੜੀ ਆ ਸਮੱਸਿਆ ਇਹ ਆਈ, ਫਿਰ ਕੀ ਹੋਇਆ ਕਿ ਜਦੋਂ ਇਹਨਾਂ ਚੀਜ਼ਾਂ ਨੂੰ ਇਹਨਾਂ ਲੋਕਾਂ ਨੇ ਵੇਖਿਆ ਕਿ ਇਹ ਤਾਂ ਹੋਰ ਪਾਸੇ ਚੱਲ ਰਿਹਾ, ਹੋਰ ਪਾਸੇ ਕੀ ਸਿੱਧਾ ਚੱਲ ਰਿਹਾ। ਕਿਉਂਕਿ ਜਦੋਂ ਵੀ ਭਾਈ ਸਾਹਿਬ ਵੇਖੋ ਆਪਾਂ ਵੇਖਦੇ ਹਾਂ ਕੱਚੇ ਰਸਤਿਆਂ ਦੇ ਵਿੱਚ ਜਦੋਂ ਲੀਹਾਂ ਪੈ ਜਾਂਦੀਆਂ ਨੇ ਨਾ, ਮੀਂਹਾਂ ਪੈਣ ਦੇ ਨਾਲ, ਤੇ ਲੀਹ ਪਾੜ ਕੇ ਚੱਲਾਂਗੇ ਤੇ ਔਖੇ ਹੋਵਾਂਗੇ। ਜਿਹੜਾ ਵੀ ਲੀਹ ਪਾੜ ਕੇ ਚੱਲੇਗਾ ਔਖਾ ਹੋਵੇਗਾ, ਕਿਉਂਕਿ ਪਿੰਡਾਂ ਦੇ ਵਿੱਚ ਇਹੋ ਜਿਹਾ ਸਿਧਾਂਤ ਜਿਹੜਾ ਬਣ ਚੁੱਕਾ, ਲੋਕਾਂ ਦੀ ਸੋਚ ਬਣ ਚੁੱਕੀ ਹੈ। ਇੱਕ ਜਿਹੜਾ ਘਰਾਂ ਦੇ ਵਿੱਚ ਸੀਰੀ ਰੱਖ ਲੈਂਦੇ ਨਾ ਆਪਾਂ ਪੱਠੇ ਪਾਉਣ ਵਾਲਾ, ਉਹਦਾ ਸਾਨੂੰ ਡਰ ਹੁੰਦਾ ਹੈ। ਕਿਉਂ ਡਰ ਹੁੰਦਾ ਹੈ? ਕਹਿੰਦਾ ਕਿ ਜੇ ਇਹਨੂੰ ਮਾੜਾ ਉੱਚਾ ਨੀਵਾਂ ਨਾ ਬੋਲਿਆ, ਜੇ ਆਪਣੀਆਂ ਮੱਝਾਂ ਭੁੱਖੀਆਂ ਮਰ ਜਾਣਗੀਆਂ ਰਾਤ ਨੂੰ, ਪੱਠੇ ਕੌਣ ਪਾਊ? ਤੇ ਪਤਾ ਕੀ ਆ ਗ੍ਰੰਥੀ ਦੇ ਬਾਰੇ ਕੀ ਸੋਚ ਹੈ ਕਿ ਇਹ ਗ੍ਰੰਥੀ ਚਲਾ ਗਿਆ ਨਾ ਤੇ ਉਹ ਬਥੇਰੇ ਤੁਰੇ ਫਿਰਦੇ ਇਹਨਾਂ ਵਰਗੇ ਕਈ ਹੋਰ ਆ ਜਾਣਗੇ। ਤੁਹਾਡਾ ਭਲਾ ਹੋ ਜਾਏ। ਇਹੋ ਜਿਹੇ ਹਾਲਾਤ ਜਿਹੜੇ ਆ ਗ੍ਰੰਥੀਆਂ ਦੇ ਪਿੰਡਾਂ ਦੇ ਵਿੱਚ ਬਣੇ ਹੋਏ ਆ ਭਾਈ ਸਾਹਿਬ, ਮੈਂ ਦੱਸ ਨਹੀਂ ਸਕਦਾ ਕਿ ਉਸ ਪਿੰਡ ਦੇ ਵਿੱਚ ਸਾਡੇ ਨਾਲ ਕੀ ਹੋਇਆ। ਚਲੋ ਮੈਂ ਨਹੀਂ ਕਹਿੰਦਾ ਕਿ ਸਾਰੀ ਸੰਗਤ, ਜੇਕਰ ਆਪਣੀ ਗੱਲ ਰੱਖਣ ਦਾ ਹੱਕ ਹੈ ਜੀ, ਦੇਖੋ ਸਾਰੀ ਸੰਗਤ ਮਾੜੀ ਨਹੀਂ ਹੁੰਦੀ। ਪਿੰਡ ਦੇ ਵਿੱਚ 2-4 ਜਿਹੜੇ ਮਾੜੇ ਹੁੰਦੇ ਆ, ਜਿਹੜੇ ਚੰਗੇ ਉਹਨਾਂ ਨੂੰ ਮਾੜਿਆਂ ਦਾ ਵਿਰੋਧ ਕਰਨਾ ਚਾਹੀਦਾ। ਇਹ ਗੱਲ ਤਾਂ ਬਣਦੀ ਹੈ ਨਾ। ਜੇ ਉੱਥੇ ਗ੍ਰੰਥੀ ਸਿੰਘ ਦੀ ਇੱਜ਼ਤ ਦਾ ਸਵਾਲ ਹੋਵੇ, ਉਹਦਾ ਪਰਿਵਾਰ ਦੇਖ ਰਿਹਾ ਹੁੰਦਾ, ਜਦੋਂ ਤੁਸੀਂ ਗ੍ਰੰਥੀ ਸਿੰਘ ਦੀ ਦਾੜੀ ਨੂੰ ਹੱਥ ਪਾਉਂਦੇ ਤੇ ਬੱਚਿਆਂ ਤੇ ਕੀ ਪ੍ਰਭਾਵ ਜਾਊਗਾ? ਬੱਚਿਆਂ ਤੇ ਕੀ, ਉਹਦੀ ਘਰਵਾਲੀ ਤੇ ਕੀ ਪ੍ਰਭਾਵ ਜਾਊਗਾ? ਕੀ ਬੱਚੇ ਗ੍ਰੰਥੀ ਬਣਨਗੇ ਮੁੜ ਕੇ? ਬਿਲਕੁਲ ਨਹੀਂ ਬਣਨਗੇ। ਵੇਖੋ ਜੀ, ਮੇਰਾ ਛੋਟਾ ਜਿਹਾ ਬੱਚਾ ਇੱਕ ਤਕਰੀਬਨ 7-8 ਸਾਲ ਦਾ,
ਉਹ ਜਦੋਂ ਵੇਖਿਆ ਮੈਨੂੰ ਬਾਹਰ ਇੱਕ ਬੰਦਾ ਗਾਲਾਂ ਕੱਢ ਰਿਹਾ ਤੇ ਉਹ ਆਣ ਕੇ ਆਪਣੀ ਮਾਤਾ ਨੂੰ ਪਤਾ ਕੀ ਕਹਿੰਦਾ, ਕਹਿੰਦਾ ਮੰਮੀ ਮੈਂ ਤਾਂ ਗ੍ਰੰਥੀ ਨਹੀਂ ਬਣਨਾ। ਕਹਿੰਦੀ ਕਿਉਂ ਬੇਟਾ? ਕਹਿੰਦਾ ਜਿੰਨੀ ਬੇਇੱਜ਼ਤੀ ਮੇਰੇ ਪਾਪਾ ਦੀ ਇਸ ਪਿੰਡ ਦੇ ਵਿੱਚ ਹੋਈ ਹੈ ਇੰਨੀ ਬੇਇੱਜ਼ਤੀ ਮੇਰੇ ਤੋਂ ਮੰਮੀ ਨਹੀਂ ਕਰਵਾਈ ਜਾਣੀ। ਦੇਖੋ ਇੱਕ ਛੋਟਾ ਜਿਹਾ ਬੱਚਾ, ਉਹਦੇ ਮਨ ਤੇ ਐਡੀ ਡੂੰਘੀ ਸੱਟ ਵੱਜੀ। ਇੱਕ ਇੰਜੀਨੀਅਰ ਦਾ ਬੇਟਾ ਕਹਿੰਦਾ ਮੈਂ ਇੰਜੀਨੀਅਰ ਬਣਾਂਗਾ, ਡਾਕਟਰ ਦਾ ਬੇਟਾ ਕਹਿੰਦਾ ਡਾਕਟਰ ਬਣਾਂਗਾ। ਗ੍ਰੰਥੀ ਸਿੰਘ ਕਦੀ ਨਹੀਂ ਚਾਹੁੰਦਾ ਕਿ ਉਹਦਾ ਬੇਟਾ ਗ੍ਰੰਥੀ ਬਣੇ, ਨਾ ਹੀ ਗ੍ਰੰਥੀ ਸਿੰਘ ਦਾ ਬੇਟਾ ਚਾਹੁੰਦਾ ਕਿ ਮੈਂ ਗ੍ਰੰਥੀ ਬਣਾ। ਜਿਹੜਾ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਕਰਕੇ ਆ ਗਿਆ, ਮੈਂ ਨਹੀਂ ਕਹਿੰਦਾ ਸਾਰੀਆਂ ਕਮੇਟੀਆਂ ਮਾੜੀਆਂ, ਮੈਂ ਨਹੀਂ ਕਹਿੰਦਾ ਸਾਰੇ ਗ੍ਰੰਥੀ ਮਾੜੇ ਆ, ਤੇ ਮੈਂ ਨਹੀਂ ਕਹਿੰਦਾ ਸਾਰੇ ਗ੍ਰੰਥੀ ਚੰਗੇ ਵੀ। ਬਾਕੀ ਇਹ ਹੈ ਕਿ ਜਿੱਥੇ ਵੀ ਕਮੇਟੀਆਂ ਨੇ ਇਹ ਸੋਚ ਲਿਆ ਹੈ ਕਿ ਗ੍ਰੰਥੀ ਸਿੰਘਾਂ ਦੇ ਮੂੰਹ ਜਿਹੜੇ ਆ ਪੱਲਿਆਂ ਨਾਲ ਬੰਨ੍ਹ ਦਿਓ, ਇਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਨਾ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਜ਼ਰੂਰਤ ਹੈ, ਨਾ ਇਹਨਾਂ ਦੀਆਂ ਹੋਰ ਲੋੜਾਂ ਹੈ, ਸਿਰਫ ਰੋਟੀ ਤੱਕ ਤੇ ਦੁੱਧ ਤੱਕ ਸੀਮਤ ਕਰਕੇ ਇਹਨਾਂ ਲੋਕਾਂ ਨੇ ਗ੍ਰੰਥੀ ਸਿੰਘਾਂ ਨੂੰ ਰੱਖਤਾ। ਉੱਥੋਂ ਦੇ ਲੋਕਾਂ ਦੀ ਸੋਚ ਪਤਾ ਕੀ ਹੈ ਭਾਈ ਸਾਹਿਬ? ਇੱਕ ਸਿੰਘ ਸਾਨੂੰ ਬੋਲਿਆ, ਪਤਾ ਕੀ ਕਹਿੰਦਾ? ਆਂਦਾ ਬਾਬਾ ਜੀ ਜੇ ਸਾਡੇ ਨਗਰ ਦੇ ਵਿੱਚ ਰਹਿਣਾ ਹੈ ਨਾ ਤੇ ਤੁਹਾਡੇ ਕੱਪੜੇ ਜਿਹੜੇ ਆ ਨਾ ਉਹ ਪਾਟੇ ਹੋਣੇ ਚਾਹੀਦੇ ਨੇ। ਹਾਂ ਕਿਉਂ? ਕਿਉਂਕਿ ਅਸੀਂ ਨੌਕਰ ਹਾਂ, ਅਸੀਂ ਕੋਈ ਗੁਰੂ ਸਾਹਿਬ। ਉਹ ਵੇਖੋ ਪਾਤਸ਼ਾਹ ਤਾਂ ਗੁਰੂ ਕੇ ਵਜ਼ੀਰ, ਉਹ ਪਾਤਸ਼ਾਹ ਦਾ ਪਾਤਸ਼ਾਹ। ਇੱਕ ਮਾੜਾ ਜਿਹਾ ਕੋਈ ਲੀਡਰ ਹੁੰਦਾ ਹੈ ਨਾ ਤੇ ਉਹਦਾ ਟੁੱਟਾ ਜਿਹਾ ਪੀਏ ਮਾਨ ਨਹੀਂ ਹੁੰਦਾ, ਤੇ ਅਸੀਂ ਪਾਤਸ਼ਾਹ ਉਹ ਨਿਰੰਕਾਰ ਦੇ ਵਜ਼ੀਰ ਹਾਂ। ਤੇ ਸਾਡੇ ਵਾਸਤੇ ਉਹਨੇ ਪਤਾ ਕੀ ਕਿਹਾ ਕਿ ਬਾਬਾ ਜੀ ਤੁਹਾਡੇ ਕੱਪੜੇ ਪਾਟੇ ਹੋਣੇ ਚਾਹੀਦੇ ਆ। ਚਾਹ ਬਣਾਉਣ ਵਾਸਤੇ ਖੰਡ ਇੱਕ ਘਰ ਚੋਂ ਤੇ ਪੱਤੀ ਦੂਜੇ ਘਰ ਚੋਂ ਮੰਗ ਕੇ ਲਿਆਓ ਜੇ ਸਾਡੇ ਪਿੰਡ ਦਿਨ ਕੱਟਣੇ ਆ। ਜੇ ਤੁਸੀਂ ਕਹੋ ਨਾ ਚੰਗੇ ਲੀੜੇ ਪਾ ਕੇ ਤੇ ਤੁਸੀਂ ਸਾਡੇ ਪਿੰਡ 'ਚ ਦਿਨ ਕੱਟ ਜਾਓਗੇ, ਨਹੀਂ ਕੱਟੇ ਜਾਣੇ। ਬੱਲੇ ਬੱਲੇ ਵੇਖੋ ਐਡੀ ਮਾੜੀ ਸੋਚ ਜਿਹੜੀ ਆ ਗ੍ਰੰਥੀਆਂ ਪ੍ਰਤੀ। ਪਿੰਡ ਦੇ ਵਿੱਚੋਂ ਕਿ ਮੈਨੇਜਮੈਂਟ ਕਮੇਟੀ ਦੇ ਵਿੱਚੋਂ ਕੋਈ? ਵੇਖੋ ਜੀ ਇਹ ਜਿਹੜੀ ਗੱਲ ਹੈ ਇਹ ਪਿੰਡ ਦੇ ਵਿੱਚੋਂ ਮੈਨੂੰ ਕਿਸੇ ਵਾਕਈ ਉਹਨੇ ਕਿਸ ਢੰਗ ਨਾਲ ਕਹੀ, ਪਰ ਉਹਨੇ ਜੋ ਆਪਣੇ ਪਿੰਡ ਦੀ ਸੋਚ ਸੀ ਨਾ ਉਹ ਆਪਣੀ ਗੱਲ ਦੇ ਵਿੱਚ ਬਿਆਨ ਕਰ ਦਿੱਤੀ ਕਿ ਸਾਡੇ ਪਿੰਡ ਦੀ ਸੋਚ ਜਿਹੜੀ ਹੈ ਨਾ ਉਹ ਇਸ ਜਗ੍ਹਾ ਤੇ ਖੜੀ ਆ। ਬਾਬਾ ਜੀ ਤੁਸੀਂ ਭਾਈ ਸਾਹਿਬ ਤੁਸੀਂ ਜੋ ਸੋਚਦੇ ਹੋ ਨਾ ਉਹ ਗੱਲ ਨਹੀਂ ਬਣਨੀ। ਜਿੰਨੇ ਮਰਜ਼ੀ ਬੱਚੇ ਪੜ੍ਹਾ ਲਓ, ਜਿੰਨੇ ਮਰਜ਼ੀ ਲੋਕਾਂ ਨੂੰ ਸੰਗਤਾਂ ਨੂੰ ਅੰਮ੍ਰਿਤ ਛਕਾ ਲਓ, ਪਰ ਜਿੰਨਾ ਚਿਰ ਤੁਸੀਂ ਇਹਨਾਂ ਕੜਮ ਚੌਧਰੀਆਂ ਦੇ ਮਗਰ ਨਹੀਂ ਤੁਰੇ ਫਿਰਦੇ ਹੱਥ ਜੋੜ ਕੇ, ਤੁਹਾਡਾ ਇੱਥੇ ਜਿਹੜਾ ਆ ਰਹਿਣਾ ਮੁਸ਼ਕਲ ਹੈ, ਨਹੀਂ ਰਹਿ ਸਕਦੇ ਤੁਸੀਂ। ਤੇ ਸੱਚਾਈ ਹੈ ਭਾਈ ਸਾਹਿਬ, 5 ਸਾਲ ਅਸੀਂ ਉਸ ਨਗਰ ਦੇ ਵਿੱਚ ਕੱਟੇ, ਸਾਡੇ ਪੈਰਾਂ ਦੇ ਥੱਲੇ ਕੋਲੇ ਦਿੱਤੇ ਰੱਖੇ ਉਹਨਾਂ ਲੋਕਾਂ ਨੇ। ਇੰਨੇ ਕੁ ਇਲਜ਼ਾਮ ਸਾਡੇ ਤੇ ਲਾਏ, ਖੀਰ ਦੀ ਬਾਕੀ ਸਾਨੂੰ ਚੋਰੀ ਦਾ ਇਲਜ਼ਾਮ ਲਾ ਕੇ ਉਸ ਪਿੰਡ ਦੇ ਵਿੱਚੋਂ ਕੱਢਿਆ। ਕਦੀ ਕੀਤੀ ਹੈ? ਮੈਂ ਇਹ ਗੱਲ ਕਹਿਣਾ ਭਾਈ ਸਾਹਿਬ, ਮੈਂ ਅੱਜ ਕੈਮਰੇ ਦੇ ਸਾਹਮਣੇ ਕਹਿਣਾ, ਜੇ ਮੇਰੀ ਮੈਂ ਇਹ ਵੀ ਗੱਲ ਕਹਿ ਕੇ ਆਇਆ ਸੀ ਚੋਰੀ ਸਾਬਤ 10 ਸਾਲ ਤੱਕ ਹੋ ਜਾਵੇ ਤੇ ਮੈਂ ਗੁਨਾਹਗਾਰ, ਮੈਨੂੰ ਗੋਲੀ ਮਾਰ ਦਿਓ ਚੌਂਕ ਦੇ ਵਿੱਚ ਖਿਲਾਰ ਕੇ, ਜੇ ਮੇਰੇ ਪਰਿਵਾਰ ਦਾ ਕੋਈ ਜੀ ਕਹਿ ਜਾਵੇ। ਪਰ ਦੁੱਖ ਇਸ ਚੀਜ਼ ਦਾ ਆ ਕੋਈ ਸੱਚਾਈ ਦੇ ਨਾਲ ਨਹੀਂ ਜੇ ਖਲੋਂਦਾ ਭਾਈ ਸਾਹਿਬ। ਜਿੱਦਣ ਅਸੀਂ ਉਸ ਪਿੰਡ ਦੇ ਵਿੱਚ ਗਏ ਸੀ, ਅਸੀਂ ਆਪਣੇ ਘਰੋਂ 2 ਤਲਾਈਆਂ ਤੇ 2 ਖੇਸ ਲੈ ਕੇ ਗਏ ਸੀ। ਉਸ ਨਗਰ ਦੇ ਵਿੱਚ, ਪਿੰਡ ਦੇ ਵਿੱਚ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ 2 ਮੰਜੇ ਤੱਕ ਨਹੀਂ ਸੀ ਡਾਉਣ ਵਾਸਤੇ। ਹਿਸਾਬ ਲਾਓ 2 ਘਰਾਂ ਦੇ ਵਿੱਚੋਂ ਮੰਜੇ ਲਿਆਣ ਕੇ ਅਸੀਂ ਰਾਤ ਡਾਏ ਤੇ ਆਪਣੀਆਂ ਤਲਾਈਆਂ, ਕਿਉਂਕਿ ਗਰਮੀ ਦਾ ਮਹੀਨਾ ਸੀ, ਤੇ ਖੇਸ ਉੱਪਰ ਲੈ ਕੇ ਸੁੱਤੇ। ਤੇ ਜਿੱਦਣ ਅਸੀਂ ਆਏ ਸੀ ਉਹ ਦੇਖੋ ਜਾ ਕੇ ਉਸ ਨਗਰ ਦੇ ਵਿੱਚ ਪੇਟੀਆਂ ਭਰੀਆਂ ਪਈਆਂ ਬਿਸਤਰਿਆਂ ਦੀਆਂ, ਕਿ ਕੀ ਬਾਬਾ ਚੋਰ ਹੁੰਦਾ ਤੇ ਪੇਟੀਆਂ ਕਿਵੇਂ ਭਰ ਜਾਂਦੀਆਂ? ਤੁਸੀਂ ਦੱਸੋ, ਇੱਕ ਰਜਾਈ ਤੇ ਇੱਕ ਤਲਾਈ ਚੁੱਕਣੀ ਸੀ? ਇਹ ਨਹੀਂ, ਬਿਲਕੁਲ। ਤੁਹਾਡੇ ਤੇ ਇਲਜ਼ਾਮ ਕੀ ਲਾਇਆ ਕਿ ਬਾਬੇ ਨੇ ਰਜਾਈਆਂ ਚੁੱਕ ਲਈਆਂ ਜੀ। ਬਾਬੇ ਨੇ ਰਜਾਈਆਂ ਕੀ, ਇੱਕ ਬਿਸਤਰਾ ਚੋਰੀ ਕਰ ਲਿਆ। ਫਿਰ ਕੀ ਹੈ ਉੱਥੇ ਜੀ, ਚਾਦਰ ਹਿੱਲੀ। ਚਾਬੀ ਜਿਹੜੀ ਆ ਭਾਈ ਸਾਹਿਬ ਕਮੇਟੀ ਦੇ ਮੈਂਬਰ ਕੋਲੇ ਹੋਵੇ, ਲੋਕ ਉਹਨੂੰ ਲੱਗਾ ਹੋਵੇ ਤੇ ਗ੍ਰੰਥੀ ਚੋਰੀ ਕਰ ਲੇ, ਕੋਈ ਗੱਲ ਬਣਦੀ ਹੈ? ਤੁਸੀਂ ਦੱਸੋ ਇਹ ਬਣਦੀ? ਜਿੰਦਰੇ ਦੀ ਚਾਬੀ ਤੁਹਾਡੇ ਕੋਲੇ ਹੋਵੇ ਤੇ ਚੋਰੀ ਮੈਂ ਕਰ ਲਾਂ, ਕਿਵੇਂ ਹੋ ਸਕਦਾ? ਨਹੀਂ ਹੋ ਸਕਦਾ। ਸਾਡੇ ਤੇ ਗੈਰ ਜ਼ਿੰਮੇਦਾਰਾਨਾ ਜਿਹੜਾ ਇਲਜ਼ਾਮ ਲਾਇਆ। ਫਿਰ ਵੇਖੋ ਇਹ ਪਹਿਲਾ ਇਲਜ਼ਾਮ ਨਹੀਂ ਸੀ, ਇਹ ਤਾਂ ਲਾਸਟ ਵਾਲਾ ਇਲਜ਼ਾਮ ਸੀ। ਇਸ ਤੋਂ ਪਹਿਲਾਂ ਕਦੀ ਜੀ ਬਾਬੇ ਨੇ ਖੇਸ ਚੁੱਕ ਲਿਆ, ਝੂਠ। ਕਦੀ ਜੀ ਬਾਬੇ ਨੇ ਕੰਬਲ ਚੁੱਕ ਲਿਆ। ਉਹ ਜਿਹੜਾ ਬੰਦਾ ਸੀ ਨਾ, ਉਹ ਸ਼ਖਸ, ਉਹ ਹਰ ਵਾਰੀ ਝੂਠਾ ਹੁੰਦਾ ਗਿਆ। ਪਰ ਉਸ ਬੰਦੇ ਨੂੰ ਜਦੋਂ 2 ਵਾਰ 3 ਵਾਰ ਉਹ ਝੂਠਾ ਜਦੋਂ ਹੋਇਆ ਨਾ, ਪਰ ਕਿਸੇ ਨੇ ਇਹ ਨਹੀਂ ਆਖਿਆ ਭਾਈ ਸਾਹਿਬ ਤੁਸੀਂ ਪਿੰਡ ਦੇ ਵਿੱਚ ਦੁਬਦਾ ਪਾ ਰਹੇ ਹੋ, ਤੁਹਾਡਾ ਫਰਜ਼ ਨਹੀਂ ਬਣਦਾ, ਤੁਸੀਂ ਝੂਠੇ ਹੁੰਦੇ ਹੋ। ਵਾਰ-ਵਾਰ ਇਹ ਗੱਲਾਂ ਚੰਗੀਆਂ ਨਹੀਂ, ਪਿੰਡ ਦੇ ਵਿੱਚ ਦੁਬਦਾ ਪੈਂਦੀ ਹੈ। ਉਸ ਨੂੰ ਕਿਸੇ ਨੇ ਰੋਕਿਆ ਨਹੀਂ, ਉਸ ਬੰਦੇ ਨੂੰ। ਅਖੀਰ ਦੀ ਬਾਕੀ ਜਦੋਂ ਉਸ ਬੰਦੇ ਨੇ ਸਾਡੀ ਗੈਰਤ ਨੂੰ ਲਲਕਾਰਿਆ, ਇੱਥੋਂ ਤੱਕ ਕਹਿ ਦਿੱਤਾ ਕਿ ਬਾਬਾ ਤੂੰ ਵੀ ਚੋਰ, ਤੇਰਾ ਪਰਿਵਾਰ ਵੀ ਚੋਰ, ਤੁਸੀਂ ਰਲ ਕੇ ਚੋਰੀ ਕੀਤੀ, ਤੇ ਤੁਸੀਂ ਕੀ ਕਹੋਗੇ ਕਿ ਇੱਕ ਗੈਰਤਮੰਦ ਬੰਦਾ ਜਿਹੜਾ ਉੱਥੇ ਮਰ ਨਹੀਂ ਜਾਂਦਾ ਲੜ ਕੇ, ਫਿਰ ਹੋਰ ਕੀ ਕਰੂਗਾ? ਜਿਹੜਾ 5 ਸਾਲ ਸਾਨੂੰ ਪਿੰਡ ਦੇ ਵਿੱਚੋਂ ਪਤਾ ਲੱਗਾ ਹੈ ਹਾਂਜੀ ਕਿ ਬਾਬਾ ਜੀ ਜਿਹੜੇ ਗ੍ਰੰਥੀ ਸਿੰਘ ਨੇ ਇਹ ਮੈਨੇਜਮੈਂਟ ਦੇ ਗਲ ਪਏ ਤੇ ਬਾਬਾ ਜੀ ਨੇ ਇੱਕ ਬੰਦੇ ਨੂੰ ਕੁੱਟਿਆ। ਵੇਖੋ ਜੀ ਇਹ ਗੱਲ ਜਿਹੜੀ ਹੈ
ਕੁਛ ਹੱਦ ਤੱਕ ਸੱਚਾਈ ਹੈ ਹਾਂ। ਤੇ ਕੁਛ ਹੱਦ ਤੱਕ ਝੂਠ ਵੀ ਹੈ। ਜਦੋਂ ਮੰਨ ਲਓ ਕਿ ਇੱਕ ਬੰਦਾ 5 ਸਾਲ ਪਹਿਲਾਂ ਦਾੜੀ ਪੁੱਟਦਾ ਹੈ ਉਹਦਾ ਪੁੱਤ, ਮੁੜ ਕੇ ਉਹ ਕਦੀ ਬਾਬੇ ਦੇ ਨਾਂ ਕੁਝ ਲਾ ਦਿੰਦਾ ਹੈ, ਕਦੀ ਕੁਝ ਲਾ ਲੈਂਦਾ, ਹਰ ਵਾਰੀ ਝੂਠਾ ਹੁੰਦਾ ਹੈ। ਤੇ ਲਾਸਟ ਤੇ ਆਣ ਕੇ ਉਹ ਬੰਦਾ ਜਦੋਂ ਕੋਈ ਦਾਲ ਨਹੀਂ ਗਲਦੀ ਤੇ ਲਾਸਟ ਤੇ ਫਿਰ ਉਹਦੇ ਪਰਿਵਾਰ ਤੱਕ ਆ ਜਾਂਦਾ। ਤੁਸੀਂ ਦੱਸੋ ਕਿ ਕੀ ਕਰੂਗਾ ਇੱਕ ਗੈਰਤਮੰਦ? ਫਿਰ ਸਾਡੀ ਗੈਰਤ ਕੀ ਗ੍ਰੰਥੀਆਂ ਦੀ ਅਸਲੋਂ ਮਰ ਚੁੱਕੀ ਜਿੰਨਾ ਚ। ਫਿਰ ਉਸ ਤੋਂ ਬਾਅਦ ਕੁਛ ਨਹੀਂ, ਕੋਈ ਧੱਕਾ ਲੱਗਾ ਆ, ਉਹ ਆਦਮੀ ਡਿੱਗ ਪਿਆ। ਉਸ ਤੋਂ ਬਾਅਦ ਉਹ ਮੈਨੂੰ ਡਾਂਗ ਮਾਰਨ ਲੱਗਾ, ਮੈਂ ਅੱਗੋਂ ਡਾਂਗ ਫੜ ਲਈ ਹੈ, ਇੰਨੇ ਚਿਰ ਨੂੰ ਸਾਨੂੰ ਛੜਾਤਾ। ਉਸ ਬੰਦੇ ਨੇ 1 ਘੰਟਾ, ਮੇਰੀ ਛੋਟੀ ਜੀ ਬੱਚੀ ਹੈ, ਉਹਦੇ ਬਦਲੇ ਇੰਨੀਆਂ ਕੁ ਗਾਲਾਂ ਕੱਢੀਆਂ। 1 ਘੰਟਾ ਗੁਰਦੁਆਰਾ ਸਾਹਿਬ ਦੇ ਬੂਹੇ ਦੇ ਅੱਗੇ ਖਲੋ ਕੇ ਤੇ ਮੇਰੇ ਦਰਵਾਜ਼ਾ ਤਕਰੀਬਨ ਲਾਗੇ ਆ, ਪਰ ਉਹਨੂੰ ਕਿਸੇ ਨੇ ਰੋਕਿਆ ਨਹੀਂ ਜਿੰਨਾ ਚਿਰ ਉਹਦਾ ਗਲਾ ਨਹੀਂ ਬਹਿ ਗਿਆ। ਧੀ ਤੋਂ ਛੋਟੀ ਉਸ ਬੰਦੇ ਨੇ ਗਾਲ ਨਹੀਂ ਕੱਢੀ। ਉਹ ਇੰਨੀ ਕੁ ਘਟੀਆ ਬੋਲ ਬਾਣੀ। ਤੁਸੀਂ ਦੱਸੋ, ਇਹ ਜੀਰੇ ਲਾਗੇ ਜਿਹੜਾ ਪਿੰਡ ਨੌਰੰਗ ਸਿੰਘ ਵਾਲਾ ਹੈ, ਬਿਲਕੁਲ ਜੀ ਉਸੇ ਪਿੰਡ ਦੀ ਮੈਂ ਗੱਲ ਕਰ ਰਿਹਾ। ਇਹ ਕਿੰਨੀ ਕੁ ਪੁਰਾਣੀ ਗੱਲ ਆ? ਇਹ ਜੀ ਤਕਰੀਬਨ ਕਹਿ ਲਓ ਕਿ ਪਿਛਲੇ ਅਪ੍ਰੈਲ ਦੀ ਗੱਲ ਹੈ ਜੀ। ਅੱਛਾ, ਅਪ੍ਰੈਲ ਦੀ ਗੱਲ ਹੈ। ਪਹਿਲਾਂ ਅਸੀਂ ਸੋਚਿਆ ਸੀ, ਅਸੀਂ ਬਹਿ ਗਏ ਸੀ, ਸਾਡਾ ਮਨ ਟੁੱਟ ਚੁੱਕਾ ਸੀ ਭਾਈ ਸਾਹਿਬ। ਅਸੀਂ ਜਦੋਂ ਗੱਲ ਕਰਦੇ ਸੀ ਨਾ, ਸਾਡਾ ਦਿਲ ਰੋਂਦਾ ਸੀ। ਅਸੀਂ ਜਿੱਥੇ ਗੱਲ ਕਰਦੇ ਸੀ ਅਸੀਂ ਰੋਂਦੇ ਸੀ ਕਿ ਬਲਜੀਤ ਸਿੰਘ ਉਸ ਨਗਰ ਦੇ ਵਿੱਚ ਕੀ ਕਰਦਾ ਰਿਹਾ ਤੇ ਸਾਡੇ ਨਾਲ ਕੀ ਹੋਇਆ। ਅਸੀਂ ਐਵੇਂ ਰੱਖਿਆ ਸੀ ਕਿ ਬੱਚਿਆਂ ਨੂੰ ਗੁਰਬਾਣੀ ਦੀ ਸਿੱਖ। ਬਲਜੀਤ ਸਿੰਘ ਅੱਜ ਵੀ ਉੱਥੇ ਬੋਲ ਰਿਹਾ। ਬਲਜੀਤ ਸਿੰਘ ਉਹ ਸਰੀਰਕ ਤੌਰ ਤੇ ਨਹੀਂ, ਪਰ ਜਿਹੜੇ ਜ਼ਬਾਨਾਂ ਤੇ ਬੋਲ ਰਹੇ ਉਹਨਾਂ ਬੱਚਿਆਂ ਦੇ, ਉਹ ਬਲਜੀਤ ਸਿੰਘ ਦੇ ਨੇ, ਜਿਹੜੇ ਉਹਨਾਂ ਨੂੰ ਦੇ ਕੇ ਆਇਆ, ਅੱਜ ਵੀ ਬੋਲ ਰਹੇ ਨੇ। ਅੱਜ ਵੀ ਬੀਬੀਆਂ ਸਿੰਘ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਗੁਰੂ ਦਾ, ਸਵੇਰੇ ਅੰਮ੍ਰਿਤ ਵੇਲੇ ਨਾਮ ਲੈਂਦੇ ਨੇ। ਉਸ ਪਰਮੇਸ਼ਰ ਨੇ ਉਸ ਚੀਜ਼ ਦੀ ਜਿਹੜੀ ਇਹ ਸੇਵਾ ਸਾਡੀ ਝੋਲੀ ਦੇ ਵਿੱਚ ਪਾਉਣੀ ਹੈ। ਪਰ ਤੁਸੀਂ ਇਹ ਸੋਚੋ ਕਿ ਇੱਕ ਗ੍ਰੰਥੀ 13-15 ਸਾਲ ਡਿਊਟੀ ਕਰਕੇ ਜਾਂਦਾ ਹੈ, ਉਸ ਸਮੇਂ ਅਨੁਸਾਰ ਕੋਈ 10 ਪ੍ਰਾਣੀ ਵੀ ਅੰਮ੍ਰਿਤਪਾਨ ਨਹੀਂ ਕਰਦੇ, ਤੇ ਇੱਕ ਸਿੰਘ 5 ਸਾਲ ਡਿਊਟੀ ਕਰਦਾ ਹੈ, ਉਹਦੇ ਵਿੱਚ 60 ਸਿੰਘ ਜਿਹੜੇ ਅੰਮ੍ਰਿਤਪਾਨ ਕਰ ਲੈਂਦੇ ਨੇ। ਫਿਰ ਦੱਸੋ ਕਿਹਦੀ ਗਲਤੀ ਹੈ? ਮੇਰੀ ਗਲਤੀ ਹੈ ਕਿ ਪਿੰਡ ਦੀ ਗਲਤੀ ਹੈ ਕਿ ਮੈਨੇਜਮੈਂਟ ਦੀ ਗਲਤੀ ਹੈ? ਵੇਖੋ, ਸਭ ਦੇ ਹਿੱਸੇ ਜਿਹੜੇ ਆ ਉਹ ਚੰਗੇ ਗ੍ਰੰਥੀ ਨਹੀਂ ਆਉਂਦੇ ਤੇ ਸਭਨਾਂ ਨੂੰ ਸਾਂਭਣੇ ਨਹੀਂ ਜੇ ਆਉਂਦੇ ਭਾਈ ਸਾਹਿਬ। ਗ੍ਰੰਥੀ ਸਿੰਘ ਦੀਆਂ ਵੀ ਲੋੜਾਂ ਨੇ, ਗ੍ਰੰਥੀ ਸਿੰਘ ਦੇ ਵੀ ਬੱਚੇ ਚੰਗੇ ਸਕੂਲ ਪੜ੍ਹਨੇ ਚਾਹੀਦੇ ਨੇ। ਇਹਦਾ ਮਤਲਬ ਉਹਦੇ ਵੀ ਭੈਣ ਭਰਾ ਹੈ, ਉਹਨੇ ਵੀ ਵਰਤਣਾ। ਪਰ ਮੈਂ ਇਹ ਚੀਜ਼ ਸੋਚਦਾ, ਜਿਹੜੀ ਲਾਸਟ ਟਾਈਮ ਹੋਈ ਸੀ ਉਹ ਕਿਸ ਮਾਮਲੇ ਨੂੰ ਲੈ ਕੇ ਹੋਈ ਸੀ ਵੀ ਤੁਸੀਂ ਗੱਲ ਪਏ? ਉਹ ਇਹ ਗੱਲ ਕੀਤੀ ਕਿ ਬਾਬੇ ਨੇ ਬਿਸਤਰਾ ਚੁੱਕ ਲਿਆ। ਬਾਬੇ ਨੇ ਬਿਸਤਰਾ ਚੁੱਕ ਲਿਆ। ਮੈਂ ਉਹਨੂੰ ਹੱਥ ਜੋੜ, ਹੁਣ ਰਹਿੰਦਾ ਗੁਰਦੁਆਰੇ ਆ, ਬਿਸਤਰਾ ਹੀ ਲਊਗਾ ਉੱਥੋਂ, ਬਿਸਤਰਾ ਲੈ ਕੇ ਨਹੀਂ ਸੌਂਗਾ, ਕੀ ਸੌਂਗਾ? ਫਿਰ ਭਾਈ ਸਾਹਿਬ ਹੋਰ ਦੱਸੋਗਾ। ਮੈਂ ਗੱਲ ਇਹ ਕਹਿ ਰਿਹਾ ਕਿ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਜਿੱਦਣ ਮੈਂ ਇਸ ਨਗਰ ਦੇ ਵਿੱਚੋਂ ਜਾਵਾਂਗਾ, ਜੇ ਤਾਂ ਉਦਣ ਮੈਂ ਬਿਸਤਰੇ ਚੁੱਕ ਕੇ ਲੈ ਕੇ ਜਾਵਾਂਗਾ ਲੱਦ ਕੇ, ਤੇ ਬਾਬਾ ਚੋਰ ਹੈ। ਪਰ ਇੱਥੇ ਗੁਰੂ ਘਰ ਦੇ ਵਿੱਚ ਤਾਂ ਬਾਬੇ ਵਰਤਣਾ ਹੀ ਹੈ, ਕਿੱਥੋਂ ਲਿਆਊ? ਜੇ ਹੁਣ ਮੰਨ ਲਓ ਸੇਵਾ ਤਾਂ ਨਰੰਗ ਸਿੰਘ ਵਾਲੇ ਕੋਈ ਕਰਦਾ ਆ ਜਾਂ ਕਿਤੇ ਹੋਰ ਕਰਦਾ, ਤੇ ਕੀ ਉਹ ਆਪਣੇ ਘਰ ਚੋਂ ਥੋੜੀ ਲਿਆਣ ਕੇ ਖਾਊਗਾ? ਜਿੱਥੇ ਰਹਿਣਾ ਖਾਣਾ ਵੀ ਉਹਨੇ ਉੱਥੋਂ। ਵਰਤਾਂ ਵਾਲੀ ਚੀਜ਼ਾਂ ਨੇ, ਉਹ ਵਰਤੋਂ ਵਾਸਤੇ ਬਣੀਆਂ ਨੇ, ਵਰਤ ਰਿਹਾ। ਪਰ ਚੁੱਕ ਜਿਹੜੀ ਚੋਰੀ ਦਾ ਮਤਲਬ ਵੀ ਮੰਨ ਲਓ ਗੁਰੂ ਘਰ ਦੀ ਚੀਜ਼ ਚੁੱਕੀ ਵੇਚਤੀ, ਉਹ ਚੋਰੀ ਹੈ। ਵੇਖੋ, ਸਾਡੇ ਤੋਂ ਕਿਸੇ ਨੇ ਪੁੱਛਿਆ, ਕਹਿੰਦੇ ਬਾਬਾ ਜੀ ਮੰਜੇ ਨਹੀਂ ਵੇਚਣੇ, ਗੁਰੂ ਘਰ ਦੇ ਮੰਜੇ? ਮੈਂ ਕਿਹਾ ਬੀਬੀ ਕਿਹੜੇ ਮੰਜੇ? ਕਹਿੰਦੀ ਜਿਹੜੇ ਆ ਜਦੋਂ ਸਵਰਗਵਾਸ ਆਉਂਦੇ ਆ ਉਦੋਂ ਚੜਾਉਂਦੇ ਆ। ਮੈਂ ਵੀ ਤੈਨੂੰ ਕਿੰਨੇ ਇਹ ਗੱਲ ਆਖਦੀ? ਕਹਿੰਦੀ ਕਿ ਪਹਿਲਾ ਬਾਬਾ ਜਿਹੜਾ ਉਹ ਵੇਚਦਾ ਹੁੰਦਾ ਸੀ, ਇੱਥੋਂ ਤੱਕ ਮੰਜੇ ਵੇਚਦਾ ਹੁੰਦਾ ਸੀ। ਬਿਸਤਰਾ ਜਿਹੜਾ ਗੁਰੂ ਘਰ ਦੇ ਵਿੱਚ ਇੱਕ ਨਹੀਂ ਸੀ ਭਾਈ ਸਾਹਿਬ। ਸਾਡਾ ਦਿਲ ਰੋਂਦਾ ਹੈ, ਜਾ ਕੇ ਵੇਖੋ ਉੱਥੇ ਢੇਰ ਲੱਗੇ ਨੇ ਬਿਸਤਰਿਆਂ ਦੇ, ਜਿਹਨਾਂ ਨੇ ਕੁਝ ਨਹੀਂ। ਇੰਨੀ ਗੱਲ ਕਹਿਤੀ ਵੀ ਤੁਸੀਂ ਚੋਰ, ਤੁਹਾਡਾ ਪਰਿਵਾਰ ਚੋਰ। ਫਿਰ ਤੁਸੀਂ ਕੀ ਕੀਤਾ? ਫਿਰ ਇੱਥੋਂ ਅਸੀਂ ਪਹਿਲਾਂ ਜਦੋਂ ਇੰਨੀ ਗੱਲ ਆ ਕੇ ਉਹਨੇ ਕਿਹਾ ਕਿ ਤੂੰ ਚੋਰ, ਮੈਂ ਅੱਜ ਵੀ ਆਣਾ ਤੂੰ ਚੋਰ। ਮਹਾ ਬਾਪੂ ਜੀ ਮੇਰੇ ਤੋਂ ਨਿਆਂ ਲੈ ਲਓ, ਕਿਹੜਾ ਤੁਸੀਂ ਲੈਣਾ? ਕਿੰਨੀ ਉਮਰ ਦੇ ਪਿੰਡ ਦੇ ਵਿੱਚੋਂ? ਵਾਹ ਉਮਰ ਦੇ ਕਹਿ ਲਓ ਕਿ 60 ਸਾਲ ਦੇ ਹੋਣਗੇ। ਕਿਉਂਕਿ ਉਹਨਾਂ ਨੇ ਜਦੋਂ ਇੰਨੀ ਗੱਲ ਕਹੀ ਤੇ ਮੈਂ ਹੱਥ ਜੋੜ ਕੇ ਮੈਂ ਅੰਦਰ ਗਿਆ ਚਲਾ। ਉੱਥੇ ਇੱਕ ਸੂਝਵਾਨ ਕਹਿ ਲਈਏ ਕਿ ਫੌਜੀ ਸਾਹਿਬ, ਉਹਨਾਂ ਨੂੰ ਮੈਂ ਆਖਿਆ ਵੀ ਮੇਰੇ ਨਾਲ ਆਹ ਗੱਲ ਕਰਦੇ ਪਏ। ਜਦੋਂ ਉਹ ਮੇਰੇ ਨਾਲ ਆਏ, ਉਹਨੇ ਫਿਰ ਮੇਰੇ ਤੋਂ ਸ਼ੁਰੂ ਹੋ ਕੇ ਤੇ ਮੇਰੇ ਪਰਿਵਾਰ ਤੱਕ ਪਹੁੰਚ ਗਿਆ ਕਿ ਤੂੰ ਵੀ ਚੋਰ, ਤੇਰਾ ਪਰਿਵਾਰ ਵੀ ਚੋਰ, ਤੇਰੇ ਘਰ ਵਾਲੀ ਵੀ ਚੋਰ। ਫਿਰ ਤੁਸੀਂ ਦੱਸੋ ਕਿ ਇੱਕ ਗੈਰਤਮੰਦ ਬੰਦਾ ਉੱਥੇ ਕੀ ਕਰੂਗਾ? ਤੁਸੀਂ ਲਾਤੀਆਂ? ਫਿਰ ਲਾਤੀ, ਧੱਕਾ ਮੁੱਕੀ ਹੋਈ ਜੀ। ਉਹਨੇ ਚ ਇਹਨੂੰ ਛੜਾਤਾ, ਕੋਲ ਸੰਗਤ ਸੀ। ਅੱਛਾ, ਦੋਵਾਂ ਪਾਸੇ ਇੱਕੋ ਜਿਹਾ ਕੰਮ ਹੋਇਆ। ਉਹ ਸਾਡੇ ਉੱਤੇ ਚੜਿਆ, ਸਾਨੂੰ ਸੰਗਤ ਨੇ ਥੱਲਿਓਂ ਆਣ ਕੇ ਕੱਢਿਆ ਆ। ਤੇ ਉਸ ਤੋਂ ਬਾਅਦ ਜਿਹੜਾ ਅਸੀਂ ਆਪਣੇ ਘਰ ਚਲੇ ਗਏ ਨਮੋਸ਼ੀ ਦੇ ਮਾਰੇ। ਸਾਡੇ ਨਾਲ 1 ਘੰਟਾ ਉਸ ਬੰਦੇ ਨੇ ਬੂਹੇ ਦੇ ਅੱਗੇ ਸਾਡੇ ਖਲੋ ਕੇ ਗਾਲਾਂ ਕੱਢੀਆਂ। ਗੁਰਦੁਆਰਾ ਸਾਹਿਬ ਦੇ ਬੂਹੇ ਦੇ ਅੱਗੇ ਦਰਵਾਜ਼ਾ ਹੈ, ਦਰਵਾਜ਼ੇ ਦੇ ਅੱਗੇ ਇੱਕ ਬੀਬੀ ਆਈ, ਉਹ ਕਹਿੰਦੀ ਬਾਪੂ ਜੀ, ਚਾਚਾ ਜੀ ਗਾਲਾਂ ਕਿਉਂ ਕੱਢਦੇ ਪਏ ਹੋ? ਕਹਿੰਦਾ ਤੈਨੂੰ ਨਹੀਂ ਪਤਾ, ਤੂੰ ਚੱਲ।
ਇੱਕ ਬੀਬੀ ਨੂੰ ਪਤਾ ਹੈ ਕਿ ਗੁਰੂ ਘਰ ਦਾ ਜਿਹੜਾ ਦਰਵਾਜ਼ਾ ਉਹਦੇ ਅੱਗੇ ਜਿਹੜਾ ਇਹੋ ਜੀ ਕੋਈ ਘਟੀਆ ਗੱਲ ਕਰਨੀ ਗਲਤ ਹੈ, ਪਰ ਉਸ ਬੰਦੇ ਨੂੰ ਕਿਉਂਕਿ ਕਮੇਟੀ ਦਾ ਮੈਂਬਰ ਹੈ ਨਾ, ਕਮੇਟੀ ਕੁਛ ਵੀ ਕਰ ਸਕਦੀ ਹੈ, ਗ੍ਰੰਥੀ ਨਹੀਂ ਕੁਛ ਕਰ ਸਕਦਾ। ਕਮੇਟੀ ਜਿਹੜੀ ਆ ਹਰ ਤਾਂ ਸੱਚੀ ਹੈ, ਪਰ ਗ੍ਰੰਥੀ ਜਿਹੜਾ ਹੈ ਹਰ ਤਾਂ ਛੋਟਾ ਹੈ। ਫਿਰ ਭਾਈ ਸਾਹਿਬ ਤੁਹਾਡੀ ਮੈਂ ਜਾਣਕਾਰੀ ਲਈ ਦੱਸ ਦਿਆਂ ਕਿ ਇਹ ਕੰਡੇ ਅਸੀਂ ਖੁਦ ਬੀਜੇ, ਉਹ ਜਿਹੜੀ ਕਮੇਟੀ ਖੁਦ ਅਸੀਂ ਤਿਆਰ ਕੀਤੀ, ਰਜਿਸਟਰ ਕਰਾਈ ਉਹ ਕਮੇਟੀ, ਪਰ ਉਹੀ ਕਮੇਟੀ ਲਾਸਟ ਤੇ ਆਣ ਕੇ ਸਾਡੀ ਦੁਸ਼ਮਣ ਬਣ ਗਈ। ਉਸ ਕਮੇਟੀ ਨੇ ਸਾਨੂੰ ਚੁੱਕ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਕੱਢਤਾ ਤੇ ਚੋਰੀ ਦਾ ਲਿਜਾ। ਵੀਰ ਜੀ ਇੱਕ ਚੀਜ਼ ਮੰਨ ਕੇ ਚੱਲਿਆ ਜੇ, ਆਪਾਂ ਕਹਿ ਤੇ ਦਿੰਦੇ ਆ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਆਪਣੇ ਮੁਕੱਦਰਾਂ ਦੀ ਸੇਵਾ ਕਰਦੇ ਹੋ। ਦੋਸਤੋ ਇੱਥੇ ਗੱਲ ਮੇਰੀ ਕਈਆਂ ਨੂੰ ਬੁਰੀ ਲੱਗੇਗੀ, ਪਰ ਮੇਰਾ ਮੰਨਣਾ ਇਹ ਹੈ ਵੀ ਜਦੋਂ ਮਰਜ਼ੀ ਕਮੇਟੀ ਚਾਹੇ ਤੁਹਾਡੀ 10 ਸਾਲ ਦੀ ਸੇਵਾ ਹੋਵੇ ਤੇ ਤੁਹਾਡੀ 5 ਸਾਲ ਦੀ ਸੇਵਾ ਹੋਵੇ, ਬਸ ਮੱਖਣ ਦੇ ਵਿੱਚੋਂ ਜਿਵੇਂ ਵਾਲ ਬਾਹਰ ਕੱਢੀਦੇ ਇੰਜ ਕਰਕੇ ਚੁੱਪ ਚਪੀਤੇ ਪਾਸੇ ਕਰ ਦਿੰਦੇ। ਇਹ ਦੁਨੀਆ ਦੀ ਹਕੀਕਤ ਹੈ। ਤੇ ਇੱਕ ਗ੍ਰੰਥੀ ਦੀ ਗੱਲ ਨਹੀਂ ਹੈ ਵੀ ਨੌਰੰਗ ਸਿੰਘ ਵਾਲੇ ਦੀ ਇੱਕ ਗ੍ਰੰਥੀ ਦੀ ਗੱਲ ਹੈ, ਇਹ ਪਿੰਡ ਪਿੰਡ ਦੇ ਗ੍ਰੰਥੀ ਦੀ ਹੈ। ਹਾਂ ਕੋਈ ਜਮਾ ਹੀ ਬਿਲਕੁਲ ਵਿਛ ਕੇ ਚੱਲੀ ਜਾਵੇ ਤੇ ਠੀਕ ਹੈ, ਉਹ ਕਹਿੰਦਾ ਮੈਨੂੰ 32 ਸਾਲ ਹੋ ਗਿਆ ਜੀ, ਹੈ ਨਾ, 32 ਸਾਲ ਹੋ ਗਏ ਤਾਂ ਕਈ ਕਾਰਨ ਨੇ, ਬਿਲਕੁਲ ਹੀ ਵੀ ਠੀਕ ਹੈ, ਜੋ ਕਹਿਤਾ। ਜੇ ਪੀਰ ਦੀ ਜਗ੍ਹਾ ਤੇ ਮੇਲਾ ਲੱਗਣਾ ਤੇ ਮੈਂ ਆਵਾਜ਼ ਗੁਰਦੁਆਰੇ ਦੇ ਦਿੰਦਾ ਵਾਂ, ਗੱਲ ਹੀ ਕੋਈ ਨਹੀਂ, ਜੇ ਗੁਰਦੁਆਰੇ ਆਵਾਜ਼ ਦੇ ਦਿੰਦੇ ਆ, ਬਾਬਾ ਜੀ ਗਜਾ ਕਰਕੇ 7 ਵਜੇ ਜੀ ਗਜਾ ਕਰਕੇ, ਬਾਬਾ ਜੀ ਆ ਭਾਂਡੇ ਗਣਾ ਦਿਓ, ਭਾਂਡੇ ਪੂਰੇ ਕਰ ਲਓ, ਠੀਕ ਹੈ ਜੀ 7 ਵਜੇ। ਉਹਨੂੰ ਇੰਝ ਲੱਗਦਾ ਗੁਰਦੁਆਰਾ ਮੈਂ ਸਾਂਭਿਆ, ਕੋਈ ਕਿਸੇ ਹੋਰ ਦੀ ਦਖਲ ਅੰਦਾਜ਼ੀ ਨਹੀਂ। ਪਰ ਇਹ ਨਹੀਂ ਸੋਚਦਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ ਦੀਆਂ ਮੁੱਢਲੀਆਂ ਜ਼ਿੰਮੇਵਾਰੀਆਂ ਕੀ ਨੇ, ਕਿ ਭਾਂਡੇ ਗਿਣ ਕੇ ਦੇਣੇ ਤੇ ਭਾਂਡੇ ਗਿਣ ਕੇ ਲੈਣੇ, ਇਹ ਗ੍ਰੰਥੀ ਸਿੰਘ ਦੇ ਅਧਿਕਾਰ ਖੇਤਰ ਵਿੱਚ ਆਉਂਦਾ। ਪਰ ਪਿੰਡਾਂ ਦੇ ਵਿੱਚ ਇਹ ਜੇ ਗੱਲ ਕਹਿ ਦਿਓ, ਕਹਿੰਦੇ ਗ੍ਰੰਥੀ ਸਿੰਘ ਨਹੀਂ ਕਰੇਗਾ ਤੇ ਹੋਰ ਕੌਣ ਕਰੇਗਾ? ਨਹੀਂ, ਭਾਂਡੇ ਗਿਣ ਕੇ ਤੁਹਾਡੇ ਬਿਸਤਰੇ ਮੰਜਿਆਂ ਦੀ ਡਿਊਟੀ ਗ੍ਰੰਥੀ ਸਿੰਘ ਦੀ ਨਹੀਂ ਜੇ। ਗ੍ਰੰਥੀ ਸਿੰਘ ਦੀ ਜ਼ਿੰਮੇਵਾਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਤੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਗੁਰੂ ਨਾਨਕ ਦਾ ਮੈਸੇਜ ਡਿਲੀਵਰ ਕਰਨਾ ਪਿੰਡ ਨੂੰ। ਤੇ ਜੇ ਕਿਸੇ ਦੇ ਗਿੱਟੇ ਗੋਡੇ ਲੱਗਦਾ ਤੇ ਉਹ ਬਰਦਾਸ਼ਤ ਕਰੇ, ਉਹਦੇ ਵਿੱਚ ਗ੍ਰੰਥੀ ਸਿੰਘ ਦਾ ਕਸੂਰ ਨਹੀਂ ਹੈ। ਜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਗਨਨਾਥਪੁਰੀ ਦੀ ਧਰਤੀ ਤੇ ਜਾ ਕੇ ਕਹਿੰਦੇ ਵੀ ਪੰਡੇ ਇਹ ਆਰਤੀ ਨਹੀਂ, ਆਰਤੀ ਦੂਜੀ ਹੈ ਜਿਹੜੀ ਹੋ ਰਹੀ ਹੈ, ਤੇ ਫਿਰ ਕਹਿਣਾ ਪਏਗਾ ਗੁਰੂ ਨਾਨਕ ਤੁਸੀਂ ਆਪਣਾ ਮੈਸੇਜ ਹਰ ਜਗ੍ਹਾ ਤੇ ਜਾ ਕੇ ਦਿੱਤਾ, ਬਦਕਿਸਮਤੀ ਅਸੀਂ ਗੁਰਦੁਆਰੇ ਵਿੱਚ ਵੀ ਤੁਹਾਡੀ ਗੱਲ ਨਹੀਂ ਕਰ ਸਕਦੇ। ਗੁਰਦੁਆਰੇ ਵਿੱਚ ਤੁਹਾਡੀ ਗੱਲ ਕਰਦੇ ਆ ਤਾਂ ਵੀ ਦਿੱਕਤ ਹੈ। ਜੇ ਸ਼ਰਾਬੀ ਬੰਦਾ ਗੁਰਦੁਆਰੇ ਵੜਨ ਲੱਗੇ ਨਾ ਤੇ ਗ੍ਰੰਥੀ ਸਿੰਘ ਨੇ ਜੇ ਤੇ ਵੜਨ ਦੇ ਦਿੱਤਾ ਤੇ ਫਿਰ ਪਿੰਡ ਵਾਲੇ ਨੇ ਪਤਾ ਕੀ ਕਹਿਣਾ, ਬਾਬਾ ਤੇਰਾ ਦਿਮਾਗ ਕਿੱਥੇ ਸੀ, ਤੈਨੂੰ ਨਹੀਂ ਪਤਾ, ਤੇਰੀ ਜ਼ਿੰਮੇਵਾਰੀ ਕੀ ਹੈ? ਸ਼ਰਾਬੀ ਬੰਦਾ ਅੰਦਰ ਵੜ ਗਿਆ, ਜੇ ਕੱਲ ਨੂੰ ਬੇਅਦਬੀ ਹੋ ਗਈ ਫੇਰ ਕੌਣ ਜ਼ਿੰਮੇਵਾਰ ਹੈ? ਮੈਂ ਹੈਰਾਨ ਹੋ ਜਾਣਾ ਵਾਂ। ਜੇ ਗ੍ਰੰਥੀ ਸਿੰਘ ਨੇ ਮੋੜਤਾ ਤੇ ਉਹਨੇ ਜਾ ਕੇ ਆਪਣੇ ਘਰ ਕਹਿਤਾ ਵੀ ਮੈਂ ਮੱਥਾ ਟੇਕਣ ਚੱਲਿਆ ਸੀ, ਮੇਰੀ ਘੁੱਟ ਲੱਗੀ ਸੀ, ਮੈਨੂੰ ਨਹੀਂ, ਤੇ ਅਗਲੇ ਦਿਨ ਬਾਬਾ ਤੇਰੀ ਕੀ ਜ਼ਰੂਰਤ ਹੈ, ਤੈਨੂੰ ਪਤਾ ਪਿੰਡ ਦੇ ਵਿੱਚ ਅਸੀਂ ਤੈਨੂੰ ਰੱਖਿਆ। ਮੈਂ ਕਈ ਵਾਰੀ ਕਹਿੰਦਾ ਵੀ ਸੀਰੀ ਰੱਖਿਆ, ਨੌਕਰ ਰੱਖਿਆ, ਗ੍ਰੰਥੀ ਸਿੰਘ ਹੈ, ਸੇਵਾ ਸੰਭਾਲ ਦਿੱਤੀ ਆ, ਰੱਖਿਆ। ਰੱਖਿਆ ਕੀ ਹੁੰਦਾ? ਅਸੀਂ ਪਿੰਡ ਦੇ ਵਿੱਚ ਗ੍ਰੰਥੀ ਸਿੰਘ ਰੱਖਿਆ, ਨਾਲ ਹੀ ਕਹਿੰਦੇ ਬਾਬਾ ਤੈਨੂੰ ਅਸੀਂ ਰੱਖਿਆ। ਤੇ ਇਸ ਕਰਕੇ ਜਿਹੜੀ ਰਾਤੀ ਤੂੰ ਗੁਸਤਾਖੀ ਕੀਤੀ, ਜਾਂ ਤੇ ਸ਼ਰਾਬੀ ਬੰਦੇ ਕੋਲੋਂ ਮਾਫੀ ਮੰਗ, ਜੇ ਮਾਫੀ ਨਹੀਂ ਮੰਗਦਾ ਤੇ ਆ ਸਾਰਾ ਤੂੰ ਆਪਣਾ ਜਿਹੜਾ ਬਿਸਤਰਾ ਗੋਲ ਕਰ। ਤੇ ਉਦੋਂ ਇਹ ਨਹੀਂ ਅਗਲੇ ਬੰਦੇ ਵੀ ਇਹਦੇ ਬੱਚੇ ਪੜ੍ਹਦੇ ਪਏ ਨੇ, ਪੜ੍ਹਾਈ ਖਰਾਬ ਹੋ ਜਾਏਗੀ, ਨਿੱਕੇ ਨਿੱਕੇ ਬੱਚੇ ਨੇ, ਜੇ ਇਸ ਪਿੰਡ ਦੇ ਵਿੱਚੋਂ ਕੱਢ ਦਿੱਤਾ ਜਾਵੇਗਾ ਕਿੱਥੇ? ਮੈਂ ਕਹਿੰਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਉਦੋਂ ਅਸੀਂ ਜਲਾਦਾਂ ਤੋਂ ਭੈੜੇ ਕੁੰਨੇ ਆ। ਇਹ ਹਾਲਾਤ ਦੇਖੋ, ਮੈਂ ਇੱਥੇ ਬੇਨਤੀ ਕਰਾਂਗਾ, ਕਈਆਂ ਥਾਵਾਂ ਦੇ ਉੱਪਰ ਗ੍ਰੰਥੀ ਸਿੰਘਾਂ ਨੇ ਵੀ ਰੱਜ ਕੇ ਦੁਖੀ ਕੀਤਾ, ਇਹ ਗੱਲ ਮੈਂ ਨਾਲ ਕਹਿ ਦਿਆਂਗਾ, ਕਿਉਂਕਿ ਸਾਡੇ ਕੋਲ 2-3 ਮਾਮਲੇ ਐਸੇ ਆਏ ਨੇ, ਗ੍ਰੰਥੀ ਸਿੰਘਾਂ ਨੇ ਰੱਜ ਕੇ ਦੁਖੀ ਕੀਤਾ। ਪਿੰਡ ਦੇ ਵਿੱਚ ਬੜਾ ਵਧੀਆ ਭਾਈਚਾਰਾ ਸੀ, ਗ੍ਰੰਥੀ ਸਿੰਘਾਂ ਦੇ ਕਰਕੇ ਪਿੰਡ ਦੇ ਭਾਈਚਾਰੇ ਨੂੰ ਲਾਂਭੂ ਲੱਗ ਗਿਆ। ਕਈਆਂ ਥਾਵਾਂ ਤੇ ਗ੍ਰੰਥੀ, ਜਿਵੇਂ ਘਰਾਂ ਦੇ ਵਿੱਚ ਨਾ ਕਈਆਂ ਬਜ਼ੁਰਗਾਂ ਦੀ ਸੇਵਾ ਨਹੀਂ ਹੁੰਦੀ ਤੇ ਕਈਆਂ ਨੂੰ ਸੇਵਾ ਕਰਵਾਉਣੀ ਨਹੀਂ ਆਉਂਦੀ, ਇਹ ਸੱਚ ਹੈ। ਇਸੇ ਤਰੀਕੇ ਨਾਲ ਕਈਆਂ ਪਿੰਡਾਂ ਦੇ ਵਿੱਚ ਗ੍ਰੰਥੀ ਸਿੰਘ ਵਧੀਆ ਨਹੀਂ ਹੁੰਦੇ, ਨਕੰਮੇ ਗ੍ਰੰਥੀ ਸਿੰਘ ਹੁੰਦੇ ਨੇ, ਤੇ ਕਈਆਂ ਥਾਵਾਂ ਤੇ ਗ੍ਰੰਥੀ ਸਿੰਘ ਵਧੀਆ ਹੁੰਦਾ ਪਰ ਮੈਨੇਜਮੈਂਟ ਨਕੰਮੀ ਹੁੰਦੀ ਹੈ, ਉਹਨਾਂ ਨੂੰ ਗ੍ਰੰਥੀ ਸਿੰਘ ਸਾਂਭਣਾ ਨਹੀਂ ਆਉਂਦਾ। ਆਓ ਵੀਰ ਜੀ ਦੇ ਕੋਲ ਹੋਰ ਵੀ ਜਾਣਕਾਰੀਆਂ ਲੈਂਦੇ ਆ ਵੀ ਇੱਕ ਗ੍ਰੰਥੀ ਸਿੰਘ ਨੂੰ ਦਰਪੇਸ਼ ਹੋਰ ਕਿਹੜੀਆਂ ਚੁਣੌਤੀਆਂ ਨੇ ਜਿਨ੍ਹਾਂ ਦਾ ਸਾਹਮਣਾ ਕਰਨਾ ਪੈਂਦਾ। ਵੀਰ ਜੀ ਹੋਰ ਕਿਹੜੀ ਐਸੀ ਚੀਜ਼ ਹੈ? ਤੇ ਫਿਰ ਤੁਸੀਂ ਇਹ ਗੱਲ ਦਾ ਇਹ ਗੱਲ ਕਹਿ ਦਿੱਤੀ ਮੈਂ ਗ੍ਰੰਥੀ ਨਹੀਂ ਬਣਨਾ, ਮੈਂ ਛੱਡਿਆ ਅੱਜ ਤੋਂ ਗ੍ਰੰਥੀ ਪਣਾ, ਉਹ ਕੀ ਕਾਰਨ ਬਣ ਗਿਆ? ਫਿਰ ਵੇਖੋ ਜੀ, ਇੱਕ ਬੰਦੇ ਦੀ 35-40 ਸਾਲ ਦੀ ਇੱਜ਼ਤ ਉਹਨੇ ਜੋ ਕਮਾਈ ਹੈ, ਕਿਉਂਕਿ ਸਭ ਤੋਂ ਵੱਡੀ ਬੰਦੇ ਦੀ ਕਮਾਈ ਹੈ, ਤੇ ਉਸ ਬੰਦੇ ਦੇ ਮੱਥੇ ਤੇ ਚੋਰੀ ਦਾ ਲੇਬਲ ਲਾ ਕੇ ਉਸ ਨੂੰ ਪਿੰਡ ਤੋਂ ਕੱਢ ਦਿੱਤਾ ਜਾਂਦਾ, ਉਹਦਾ ਨਿਆਂ ਨਹੀਂ ਹੁੰਦਾ, ਤੇ ਕੀ ਕਰੂਗਾ ਉਹ? ਕੋਈ ਵੀ ਕਿਸੇ ਫੀਲਡ ਦੇ ਵਿੱਚ ਹੀ ਹੈ, ਕੋਈ ਵੀ ਮੰਨ ਲਓ ਮੈਂ ਅੱਜ ਕਿਤੇ ਜਾਣਾ ਹੈ, ਮੈਂ ਪਾਠ ਕਰਦਾ ਜਾਂ ਮੈਂ ਕਿਤੇ ਡਿਊਟੀ, ਉਹ ਬੈਕਗਰਾਉਂਡ ਪੁੱਛੋ ਜੀ ਇਹਦਾ ਕੀ ਹੈ, ਪੁੱਛਿਆ ਭਾਈ ਉਹਨੇ ਬਿਸਤਰਾ ਚੁੱਕ ਲਿਆ, ਉਹਨੂੰ ਤਾਂ ਕੱਢਤਾ, ਮੈਂ ਕਿਹਨੂੰ ਮੂੰਹ ਵਿਖਾਉਣ ਜੋਗਾ ਰਹਿ ਗਿਆ? ਮੈਂ ਕੀ ਦੱਸਾਂ ਗੱਲ ਕਿ ਮੈਂ, ਕਿਉਂਕਿ ਮੇਰੇ ਇਕੱਲੇ ਦੀ ਸੱਚਾਈ ਨਹੀਂ ਕਿਸੇ ਨੇ ਸੁਣਨੀ, ਲੋਕਾਂ ਆਖਣਾ ਸੱਚਾਈ ਹੋਊਗੀ ਤਾਂ ਹੀ ਤਾਂ ਕੱਢਿਆ ਤੇਰੇ ਮਗਰ। ਫਿਰ ਇਹ ਗੱਲ ਮੇਰੇ ਸਾਹਮਣੇ ਆਈ। ਵੇਖੋ ਭਾਈ ਸਾਹਿਬ, ਮੈਨੂੰ ਸਭ ਤੋਂ ਵੱਡਾ ਦੁੱਖ ਇਹੀ ਗੱਲ ਦਾ ਆਇਆ ਨਾ ਕਿ ਮੈਨੂੰ ਜੋ ਵੀ ਕੋਈ ਪੁੱਛਦਾ, ਯਾਰ ਤੇਰੇ ਮਗਰ ਉੱਥੇ ਕੋਈ ਵੀ ਨਹੀਂ ਸੀ, ਇੱਕ ਵੀ ਨਹੀਂ ਬੋਲਿਆ, ਕਿਸੇ ਵੀ ਹਾਂ ਦਾ ਨਾਰਾ ਨਾ ਮਾਰਿਆ ਕਿ ਇਹ ਮਾੜਾ ਹੁੰਦਾ ਪਿਆ। ਕਾਹਦੇ ਲਈ? ਵੋਟਾਂ ਦਾ ਰੌਲਾ ਹੈ ਭਾਈ ਸਾਹਿਬ, ਜਿਹੜੇ ਵੀ ਪਿੰਡ ਵੜ ਜਾਓ ਵੋਟਾਂ ਨੇ, ਜੇ ਵੋਟਾਂ ਨੇ
ਤੇ ਸਭ ਕੁਝ ਹੈ। ਨਹੀਂ ਤੇ ਇੱਕ ਜੇ ਮੈਂ ਪਿੰਡ ਦੇ ਵਿੱਚ ਵਸਨੀਕ ਹੁੰਦਾ, ਮੇਰੀਆਂ 4 ਜਾਂ 10 ਵੋਟਾਂ ਹੁੰਦੀਆਂ ਤੇ ਕੀ ਮੇਰੇ ਮਗਰ ਨਾ ਖਲੋਂਦੇ? ਬਰਾਬਰ ਦਾ ਹੁੰਦਾ ਕਿਉਂ ਜੀ? ਨਿਆਂ ਕਰੋ, ਸਹੁੰ ਦਿਓ ਜੀ ਇਹਦੇ ਨਾਂ ਤੇ ਜਾਂ ਤੁਸੀਂ ਦਿਓ। ਵੇਖੋ ਭਾਈ ਸਾਹਿਬ, ਜਿੱਦਣ ਅਸੀਂ ਆ ਰਹੇ ਹਾਂ, ਅਸੀਂ ਅੰਮ੍ਰਿਤ ਵੇਲੇ ਦਾ ਨਿਤਨੇਮ ਕੀਤਾ, ਸਾਡਾ ਦਿਲ ਰੋਇਆ ਗੁਰੂ ਸਾਹਿਬ ਦੀ ਗੋਦ ਦੇ ਵਿੱਚ ਬਹਿ ਕੇ। ਅਸੀਂ ਇਹ ਆਖਿਆ, ਵੇਖੋ ਸਾਧ ਸੰਗਤ ਜੀ, ਅਸੀਂ 5 ਸਾਲ ਸੇਵਾ ਕੀਤੀ, ਜੋ ਅਸੀਂ ਕੀਤਾ ਸਭ ਨੂੰ ਪਤਾ ਹੈ, ਗੁਰੂ ਨਾਨਕ ਪਾਤਸ਼ਾਹ ਨੂੰ ਪਤਾ, ਪਰ ਜਾਣੇ ਅਣਜਾਣੇ ਜੇ ਕੋਈ ਭੁੱਲ ਹੋਵੇ ਤਾਂ ਸੰਗਤ ਮਾਫ ਕਰਨ ਯੋਗ ਹੈ। ਪਰ ਸਭ ਤੋਂ ਵੱਡੀ ਮੈਂ ਗੱਲ ਜਿਹੜੀ ਇਹ ਆਖੀ ਕਿ ਮੈਂ ਚੋਰ ਨਹੀਂ, ਮੈਂ ਚੋਰ ਨਹੀਂ। ਗ੍ਰੰਥੀ ਸਿੰਘ ਨੂੰ ਸਫਾਈਆਂ ਕਿਉਂ ਦੇਣੀਆਂ? ਮੈਂ ਚੋਰ ਨਹੀਂ। ਮੇਰੇ ਮੱਥੇ ਤੇ ਚੋਰੀ ਦਾ ਲੇਬਲ ਲਾ ਕੇ ਉੱਥੋਂ ਕੱਢਿਆ ਗਿਆ ਮੈਨੂੰ। ਪਰ ਬਾਹਰ ਆਣ ਕੇ ਜਦੋਂ ਪ੍ਰਧਾਨ ਦੇ ਪਤਾ ਕੀ ਵਰਡ ਸੀ, ਉਹਨੇ ਮੈਨੂੰ ਪਤਾ ਕੀ ਕਿਹਾ, ਉਹ ਬਾਬਾ ਜਾਨਾਂ ਤੇ ਜਾ, ਤੂੰ ਪਿੰਡ 'ਚ ਧੁਖਣ ਲਾਤੀ। ਫਿਰ ਮੈਂ ਗੁਰੂ ਸਾਹਿਬ ਦੇ ਨਿਸ਼ਾਨਾਂ ਦੇ ਉੱਤੇ ਹੱਥ ਕਰਕੇ ਐਂ ਕਰਕੇ, ਪ੍ਰਧਾਨ ਸਾਹਿਬ ਮੈਂ ਚੋਰ ਨਹੀਂ, ਮੈਂ ਚੋਰੀ ਨਹੀਂ ਕੀਤੀ। ਪਰ ਮੈਨੂੰ ਫਿਰ ਵੀ ਉੱਥੋਂ ਕੱਢ ਦਿੱਤਾ ਗਿਆ। ਮੈਨੂੰ ਆਪਣੀ ਸਫਾਈ ਦਾ ਇੱਕ ਗ੍ਰੰਥੀ ਸਿੰਘ ਗੁਰੂ ਸਾਹਿਬ ਦੀ ਗੋਦ ਦੇ ਵਿੱਚ ਬਹਿ ਕੇ ਸਹੁੰ ਦਿੰਦਾ। ਸਹੁੰ ਇਦੋਂ ਵੱਡੀ ਸਹੁੰ ਕਿਹੜੀ ਹੈ ਤੁਸੀਂ ਦੱਸੋ ਸੰਸਾਰ 'ਤੇ, ਕਿ ਇੱਕ ਪਾਤਸ਼ਾਹ ਦਾ ਪਾਤਸ਼ਾਹ ਜਿਹੜਾ ਉਹਦੀ ਗੋਦ ਦੇ ਵਿੱਚ ਬਹਿ ਕੇ ਗ੍ਰੰਥੀ ਸਿੰਘ ਆਪਦੀ ਸਫਾਈ ਪੇਸ਼ ਕਰ ਰਿਹਾ, ਤੇ ਜਿਹੜੇ ਜਿਨ੍ਹਾਂ ਨੂੰ ਕੁਛ ਪਤਾ ਨਹੀਂ ਉਹ ਗ੍ਰੰਥੀ ਦੇ ਨਾਂ 'ਤੇ ਉੱਠ ਕੇ ਚੋਰੀ ਦਾ ਇਲਜ਼ਾਮ ਲਾ ਰਹੇ ਨੇ। ਤੇ ਫਿਰ ਉਸ ਤੋਂ ਬਾਅਦ ਕਿ ਜੇ ਇਹ ਗੱਲ ਸੀ ਪ੍ਰਧਾਨ ਸਾਹਿਬ ਦਾ, ਵੇਖੋ ਵਰਡਿੰਗ ਕੀ ਹੈ, 2 ਮਹੀਨੇ ਹੋ ਗਏ ਸੀ ਸਾਡੇ ਕੋਲ ਗੱਲ ਆਈ। ਵੇਖੋ ਜੇ 2 ਮਹੀਨੇ ਤੁਹਾਡੇ ਕੋਲ ਗੱਲ ਆਈ ਨੂੰ ਹੋ ਗਏ, ਤੁਸੀਂ ਉਸ ਗੱਲ ਦਾ ਨਿਰਣਾ ਕਿਉਂ ਨਹੀਂ ਕੀਤਾ? ਇੱਕ ਬੋਲਿਆ ਕਹਿੰਦਾ ਉਸ ਗੱਲ ਤਾਂ ਮੇਰੇ ਕੋਲੇ ਵੀ ਆਈ ਸੀ, ਮੈਂ ਆਖਿਆ ਚੱਲ ਕੋਈ ਨਹੀਂ, 1-2 ਪਾਸੇ ਆਸੇ ਹੋ ਗਏ ਤੇ ਕਿੱਡੀ ਕੁ ਗੱਲ ਹੈ। ਮੈਂ ਕਿਹਾ ਇਹਦਾ ਮਤਲਬ ਮੈਂ ਚੋਰ ਹਾਂ? ਤੁਸੀਂ ਇਹੋ ਹੀ ਗੱਲ ਸਾਬਤ ਕਰਨੀ ਚਾਹੁੰਦੇ ਹੋ ਨਾ, ਤੁਸੀਂ ਸਾਬਤ ਕਰੋ। ਪਰ ਮੈਨੂੰ ਇੱਥੇ ਖਲੋਤੇ ਨੂੰ ਅੱਗ ਲਾ ਕੇ ਸਾੜ ਦਿਆ ਜੇ ਮੈਂ ਇਹ ਕੰਮ ਕੀਤਾ ਹੋਵੇ। ਪਰ ਜੇ ਇਹ ਬੰਦਾ ਝੂਠਾ ਹੋ ਗਿਆ ਤੇ ਫਿਰ ਜਦੋਂ ਪਹਿਲਾ ਨਾਂ ਲਾਇਆ ਮੈਂ ਕਿਹਾ ਕੈਮਰੇ ਚਲਾਓ, ਕੈਮਰਿਆਂ ਦੇ ਵਿੱਚ ਸਭ ਕੁਝ ਆਵੇਗਾ। ਤੇ ਇੱਕ ਬੋਲਿਆ ਕਹਿੰਦਾ ਜੇ ਕੈਮਰੇ ਚਲਾਵਾਂਗੇ ਤੇ ਗੱਲ ਵੱਜ ਜਾਣੀ। ਕਾਹਦੇ ਲਈ? ਸੱਚੇ ਨੂੰ ਸੱਚਾ ਤੇ ਝੂਠੇ ਨੂੰ ਝੂਠਾ, ਕਿਉਂਕਿ ਕੈਮਰਾ ਝੂਠ ਨਹੀਂ ਬੋਲਦਾ, ਕੈਮਰੇ ਨੇ ਸੱਚ ਦੱਸ ਦੇਣਾ ਹੀ ਇਹ ਕੰਮ ਹੋਇਆ। ਪ੍ਰਣ ਕਰ ਰਿਹਾ ਮੈਂ ਇਹ ਤੋਂ ਬਿਨਾਂ ਗ੍ਰੰਥੀ ਬਣਾ ਨਹੀਂ ਕਰਨਾ। ਬਿਲਕੁਲ ਜੀ, ਮੈਂ ਆਪਣੇ ਬੱਚੇ ਪਾਉਣੇ। ਬਿਲਕੁਲ ਜੀ, ਇਸ ਪਾਸੇ ਮੈਂ ਇਹ ਗੱਲ ਉੱਥੋਂ ਸੋਚ, ਕਿਉਂਕਿ ਮੈਂ ਉੱਥੋਂ ਗ੍ਰੰਥੀ ਦੇ ਤੌਰ ਤੇ ਮਰ ਕੇ ਨਿਕਲਿਆ ਸੀ। ਉੱਥੋਂ ਮੈਂ ਮਰ ਕੇ ਨਿਕਲਿਆ ਸੀ। ਸਹੀ ਪੁੱਛਦੇ ਨਾ ਭਾਈ ਸਾਹਿਬ, ਜਿਸ ਫੀਲਡ ਦੇ ਨਾਲ ਬੰਦਾ ਕਿੰਨੀ ਦੇਰ ਤੋਂ, ਤਕਰੀਬਨ 25 ਸਾਲ ਤੋਂ ਜੁੜਿਆ ਹੋਵੇ, ਉਸ ਫੀਲਡ ਦੇ ਵਿੱਚੋਂ ਬੰਦੇ ਨੂੰ ਇੱਕ ਝਟਕੇ ਦੇ ਨਾਲ ਮੱਥੇ ਤੇ ਲੇਬਲ ਚੋਰੀ ਦਾ ਲਾ ਕੇ ਕੱਢ ਦਿੱਤਾ ਜਾਵੇ, ਕੀ ਬੀਤੇਗੀ ਉਹ ਬੰਦਾ? ਕਿੰਨੇ ਕੀ ਮੇਰੀਆਂ ਲੱਤਾਂ ਜਿਹੜੀਆਂ ਭਾਰੀ ਨਹੀਂ ਸੀ ਚੱਲਦੀਆਂ ਕਿ ਤੇਰੇ ਨਾਲ ਬਲਜੀਤ ਸਿੰਘਾ ਕੀ ਬਣ ਗਿਆ। ਫਿਰ ਵੇਖੋ ਉਸ ਪਿੰਡ ਦੇ ਵਿੱਚ ਮਰਗ ਹੋਈ ਹੈ। ਇਹ ਨਹੀਂ ਸਮਾਂ ਦਿੱਤਾ ਕਿ ਉਹ ਮਰਗ ਦਾ ਜਿਹੜਾ ਆ ਕਿਤੇ ਉਹ ਅਸਤੀਆਂ ਇਕੱਠੀਆਂ ਕਰਨ ਦਾ ਜਾਂ ਭੋਗ ਪਾਉਣ ਦਾ ਸਮਾਂ ਦੇ ਦਿਓ। ਉਸ ਤੋਂ ਬਾਅਦ ਬਾਬੇ ਦਾ ਜਿਹੜਾ ਨਿਆਂ ਕਰੋ ਕਿ ਜੇ ਸੱਚਾ ਹੈ ਤੇ ਇਹਨੂੰ ਜਿਹੜਾ ਆ ਸਹੀ ਕਰੋ, ਜੇ ਉਹ ਸੱਚਾ ਹੈ ਤੇ ਉਹਨੂੰ ਸਹੀ ਕਰੋ, ਜੇ ਝੂਠਾ ਉਹਨੂੰ ਡੰਨ ਲਾਓ। ਪਰ ਨਹੀਂ, ਕਾਹਦੇ ਲਈ? ਵੋਟਾਂ ਜੀ, ਜਿੰਦੀਆਂ ਵੋਟਾਂ ਨੇ। ਤੁਸੀਂ ਬੜੇ ਸੁੰਦਰ ਢੰਗ ਨਾਲ ਆਪਣੇ ਦੁਖੜਾ ਬਿਆਨ ਕੀਤਾ। ਸੋ ਦੋਸਤੋ, ਇੱਥੇ ਮੈਂ ਇੱਕ ਛੋਟੀ ਜੀ ਗੱਲ ਕਹਾਂਗਾ। ਇਹ ਇਕੱਲੀ ਵੀਰ ਬਲਜੀਤ ਸਿੰਘ ਦੀ ਗੱਲ ਨਹੀਂ ਹੈ, ਪਿੰਡ ਪਿੰਡ ਦੇ ਗ੍ਰੰਥੀ ਦੀ ਗੱਲ ਹੈ। ਬਹੁਤਾਤ ਡਰਦੇ ਨਹੀਂ ਸਾਹਮਣੇ ਆਉਂਦੇ, ਪਰ ਹੁਣ ਕੁਝ ਵੀਰਾਂ ਨੂੰ ਪਤਾ ਲੱਗਣ ਲੱਗ ਪਿਆ ਕਿ ਅਸੀਂ ਇਹਨਾਂ ਵੀਰਾਂ ਦੀ ਆਵਾਜ਼ ਬਣਦੇ ਹਾਂ, ਇਹਨਾਂ ਦੇ ਨਾਲ ਖੜਦੇ ਹਾਂ। ਤੇ ਹੁਣ ਕਿਤੇ ਨਾ ਕਿਤੇ ਇਹ ਵੀਰ ਆਪਣਾ ਦੁਖੜਾ ਲੈ ਕੇ ਸਾਡੇ ਕੋਲ ਪਹੁੰਚ ਜਾਂਦੇ ਨੇ ਤੇ ਵੀਰ ਬੜੇ ਭਾਵੁਕ ਵੀ ਹੋਏ ਨੇ। ਭਾਵੇਂ ਇਹਨਾਂ ਨਾਲ ਬਹੁਤੀ ਗੱਲ ਅਸੀਂ ਨਹੀਂ ਕਰ ਪਾਏ, ਪਰ ਪਿੰਡਾਂ ਵਾਲਿਓ ਇੱਕ ਚੀਜ਼ ਚੇਤੇ ਰੱਖਿਆ ਜੇ ਇਸ ਤਰੀਕੇ ਨਾਲ ਗ੍ਰੰਥੀਆਂ ਤੇ ਇਲਜ਼ਾਮ ਲਾਉਣ ਲੱਗ ਪਏ ਤਾਂ ਤੁਹਾਡੇ ਪਿੰਡ ਦੇ ਵਿੱਚ ਕਿਸੇ ਗ੍ਰੰਥੀ ਨੇ ਨਹੀਂ ਆਉਣਾ। ਕੋਈ ਜ਼ਮੀਰ ਮਾਰ ਕੇ ਆ ਗਿਆ ਤਾਂ ਮੈਂ ਕਹਿ ਨਹੀਂ ਸਕਦਾ, ਪਰ ਤੁਹਾਡੇ ਪਿੰਡ ਕਿਸੇ ਗ੍ਰੰਥੀ ਨੇ ਨਹੀਂ ਆਉਣਾ ਤੇ ਤੁਹਾਡੇ ਬੱਚਿਆਂ ਚੋਂ ਕਿਸੇ ਗ੍ਰੰਥੀ ਬਣਨਾ ਨਹੀਂ। ਤੇ ਚੇਤੇ ਰੱਖਿਆ ਜੇ ਅਗਲੀਆਂ ਪੀੜ੍ਹੀਆਂ ਤੁਹਾਨੂੰ ਲਾਹਨਤਾਂ ਪਾਉਂਦੀਆਂ ਰਹਿਣਗੀਆਂ। ਇਸ ਕਰਕੇ ਪਿੰਡਾਂ ਵਿੱਚ ਗ੍ਰੰਥੀਆਂ ਦੀ ਸੰਭਾਲ ਕਰੋ। ਗੁਰੂ ਕਰੇ ਕਿਰਪਾ, ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਆਵਾਂਗਾ ਤੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਡੀ ਸੇਵਾ ਦੇ ਵਿੱਚ ਬੜੀ ਜਲਦੀ ਹਾਜ਼ਰ ਹੋਵਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।